क्योंकि साडे कच्ची बाणी का घाण असल बाणी तो पढ़ी हो नहीं किसी ने, कच्ची बाणियां धार ना बाजे दे बाहर रख के बजाउणा ते उही कै कै करके बाबे दा नानक दा जहाज चलिया बह जो लोगों को लगता शायद बाणी वही है। सो इस करके रणजीत सिंह ढट्टरियां वाले के खिलाफ इस तरह का माहौल बनता चला गया। एक सियासी धिर खास तौर पर जिहड़ी हुण सारे जिहड़े गोडियां 'च बैठियां दियां ਵੱਡੇ ਵੱਡੇ संत ਜਿਹੜੇ ਆਪਦਿਆਂ ਨੂੰ ਕਹਾਉਂਦੇ ਵੱਡੀਆਂ ਵੱਡੀਆਂ ਸੰਸਥਾਵਾਂ ਦੇ ਮੁਖੀ ਉਹਨਾਂ ਦੇ ਗੋਡਿਆਂ 'ਚ ਬੈਠੇ ਨੇ ਜਦੋਂ ਫੋਟੋ ਆਉਂਦੀਆਂ ਨੇ ਨਾ, ਫਿਰ ਉਹਨਾਂ ਲੋਕਾਂ ਨੂੰ ਤਕਲੀਫ ਹੋਈ ਕਿ ਇਹ ਸਾਡੀ ਸੁਣਦਾ ਨਹੀਂ, ਇਹ ਕਿਉਂ ਸੱਚੀ ਗੱਲਾਂ ਲੱਗਿਆ ਕਰਨ ਜਾਂ ਸੱਚੀਆਂ ਨਹੀਂ ਕਹਿ ਸਕਦਾ ਜਾਂ ਫਿਰ ਤਰਕ ਨਾਲ ਗੱਲਾਂ ਲੱਗਿਆ ਕਰਨ। ਸੋ ਉਸ ਦੇ ਵਿੱਚ ਉਹਨਾਂ ਤੇ ਜਾਨੀ ਹਮਲਾ ਹੋਇਆ। ਜਾਨੀ ਹਮਲਾ ਹੋਣ ਤੋਂ ਬਾਅਦ ਉਹਨਾਂ ਦੇ ਨਾਲ ਦਾ ਬੰਦਾ ਕਤਲ ਹੋ ਗਿਆ। ਉਸ ਵੇਲੇ ਦੀ ਸਰਕਾਰ ਨੇ ਬਜਾਏ ਇਹਨਾਂ ਨੂੰ ਕੋਈ ਇਨਸਾਫ ਦਿਵਾਉਣ ਦੀ ਸਗੋਂ ਇਹਨਾਂ ਤੇ ਪ੍ਰੈਸ਼ਰ ਪਾ ਕੇ ਸਮਝੌਤਾ ਕਰੋ। ਔਰ ਮੈਂ ਸਮਝਦਾ ਕਿ ਅਕਾਲ ਤਖਤ ਦੇ ਜਥੇਦਾਰ ਹਰਪ੍ਰੀਤ ਸਿੰਘ ਉਹਨਾਂ ਦਾ ਇੱਕ ਕੱਦ ਜਿਹਾ ਨਿਕਲ ਕੇ ਸਾਹਮਣੇ ਆਇਆ ਸੀ। ਅਦਰਵਾਈਜ਼ ਇਸ ਤੋਂ ਪਹਿਲਾਂ ਗੁਰਬਚਨ ਸਿੰਘ ਉਹਨਾਂ ਤੇ ਤਾਂ ਦੋਸ਼ ਲੱਗਦੇ ਸੀ ਕਿ ਉਹਨਾਂ ਨੇ ਤਾਂ 50,000 ਰੁਪਇਆ ਵੀ ਦੇ ਦਿਓ ਤਾਂ ਵੀ ਅਰਦਾਸ ਕਰਨ ਕਿਤੇ ਚਲੇ ਜਾਂਦੇ ਆ। ਤਾਂ ਮੈਨੂੰ ਫੋਨ ਆਇਆ ਕਿ ਤੂੰ ਫਲਾਣੇ ਲੀਡਰ ਨੂੰ ਫੋਨ ਕਰ ਲਾ, ਫਿਰ ਇਹ ਤਰ੍ਹਾਂ ਮਸਲਾ ਸੁਲਝ ਸਕਦਾ। ਇਹਦਾ ਮਤਲਬ ਤਾਂ ਇਹ ਹੈ ਕਿ ਜਿਹੜੀਆਂ ਕਮੇਟੀਆਂ ਸ਼ਮੇਟੀਆਂ ਇਹ ਤੁਰੀਆਂ ਫਿਰਦੀਆਂ ਨੇ ਨਾ, ਇਹਨਾਂ ਦੇ ਅੱਲੇ ਵੇਲੇ ਕੁਛ ਨਹੀਂ ਹੈ। ਇਹ ਤਾਂ ਉਹੀ ਨੇ ਉੱਪਰੋਂ ਤੁਣਕਾ ਹਿਲਾਉਣ ਵਾਲੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਸਟ੍ਰੇਟ ਟਾਕ ਸਿੱਧੀ ਗੱਲ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਚਰਚਿਤ ਮੁੱਦੇ ਜਿਹੜੇ ਹੁੰਦੇ ਨੇ ਉਹਨਾਂ ਦੇ ਉੱਤੇ ਗੱਲਬਾਤ ਹੁੰਦੀ ਹੈ, ਸਿੱਧੀ ਗੱਲਬਾਤ ਹੁੰਦੀ ਹੈ ਤੇ ਤੁਸੀਂ ਇਸ ਪ੍ਰੋਗਰਾਮ ਨੂੰ ਪਸੰਦ ਵੀ ਕਰ ਰਹੇ ਹੈਗੇ ਹੋ। ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੋਵੇਗੀ ਖਾਸ ਤੌਰ ਤੇ ਪੰਜਾਬ ਦੇ ਬਾਰੇ, ਭਾਰਤ ਦੇ ਬਾਰੇ ਤੇ ਨਾਲ ਜਿੱਥੇ ਅਸੀਂ ਰਹਿੰਦੇ ਹਾਂ ਉਹਦੇ ਬਾਰੇ ਵੀ ਗੱਲਬਾਤ ਹੁੰਦੀ ਰਹੇਗੀ। ਤੇ ਅੱਜ ਜੋ ਨਵੀਆਂ ਜਿਹੜੀਆਂ ਖਬਰਾਂ ਨੇ ਉਹ ਸਾਹਮਣੇ ਆਈਆਂ ਨੇ, ਉਹਦੇ ਵਿੱਚੋਂ ਜੋ ਪੰਜਾਬ ਦੇ ਵਿੱਚ ਖੇਤੀ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ ਸੀਗਾ ਉਹਨੂੰ ਰੱਦ ਕਰ ਦਿੱਤਾ ਗਿਆ ਤੇ ਨਾਲ ਇਸ ਤੋਂ ਬਾਅਦ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਆਈਸੋਲੇਸ਼ਨ ਦੇ ਵਿੱਚ ਵੀ ਚਲੇ ਗਏ ਨੇ। ਤੇ ਇਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਗੱਲਬਾਤ ਹੋਵੇਗੀ 267 ਬੀੜਾਂ ਦਾ ਜੋ ਮਸਲਾ ਸੀ ਉਸ ਦੇ ਉੱਤੇ ਐਸਜੀਪੀਸੀ ਨੇ ਜੋ ਨਵਾਂ ਡਿਸਮਿਸ ਕੀਤਾ, ਲੋਕ ਨਵਾਂ ਐਲਾਨ ਕੀਤਾ ਹੈਗਾ ਆ, ਉਹਦੇ ਬਾਰੇ ਵੀ ਗੱਲਬਾਤ ਹੋਵੇਗੀ। ਨਾਲ ਢੱਡਰੀਆਂ ਵਾਲੇ ਨੂੰ ਲੈ ਕੇ ਵੀ ਅਕਾਲ ਤਖਤ ਦੇ ਵੱਲੋਂ ਜੋ ਫੈਸਲਾ ਲਿਆ ਗਿਆ ਉਹਦੇ ਬਾਰੇ ਵੀ ਗੱਲਬਾਤ ਹੋਵੇਗੀ। ਸੁਮੇਧ ਸੈਣੀ ਜਿਸ ਨੂੰ ਪੁਲਿਸ ਤਲਾਸ਼ ਕਰ ਰਹੀ ਸੀ ਉਸ ਦੇ ਉੱਤੇ ਵੀ ਜੋ ਕਾਰਵਾਈ ਹੈ ਉਹਦੇ ਉੱਤੇ ਰੋਕ ਲਗਾਈ ਗਈ ਹੈ। ਕੀ ਉਹਦੇ ਲਈ ਨਵਾਂ ਮਾਮਲਾ ਸਾਹਮਣੇ ਆਇਆ, ਕੀ ਨਵੀਂ ਖਬਰ ਹੈ, ਇਸ ਬਾਰੇ ਵੀ ਗੱਲਬਾਤ ਹੋਵੇਗੀ। ਤੇ ਇਸ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਸੀਨੀਅਰ ਜਰਨਲਿਸਟ ਮਿਸਟਰ ਹਰਪ੍ਰੀਤ ਸਿੰਘ ਧਾਲੀਵਾਲ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਗੱਲਬਾਤ ਕਰਦੇ ਹਾਂ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਮਿਸਟਰ ਧਾਲੀਵਾਲ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ, ਸ਼ੁਕਰੀਆ ਅਰਸ਼ ਜੀ। ਬਿਲਕੁਲ, ਕੀ ਹਾਲ ਚਾਲ ਨੇ, ਕਿਵੇਂ ਲੰਘ ਰਹੇ ਨੇ ਦਿਨ? ਬਹੁਤ ਹੀ ਵਧੀਆ ਨਿਕਲ ਰਹੇ ਨੇ ਜੀ। ਚੰਗਾ ਮੌਸਮ ਹੈ, ਸੂਰਜ ਧੁੱਪ ਖਿਲੀ ਹੋਈ ਹੈ, ਮੌਸਮ ਮਿਲਦੀ ਹੈ, ਸੋਸ਼ਲ ਡਿਸਟੈਂਸ ਬਣਾ ਕੇ ਰੱਖਿਆ ਹੋਇਆ। ਹਾਂ, ਉਹ ਤਾਂ ਫਿਰ ਹੁਣ ਇੱਕ ਆਪਣਾ ਜ਼ਿੰਦਗੀ ਦਾ ਨਿਯਮ ਤੇ ਨੇਮ ਬਣ ਗਿਆ ਜੀ। ਬਿਲਕੁਲ, ਤੇ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਆਪਣਾ ਫਰਜ਼ ਬਣਦਾ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ 'ਚ ਆਪਣਾ ਬਣਦਾ ਕੋਆਪਰੇਟ ਕਰ ਸਕੀਏ। ਜੀ ਬਿਲਕੁਲ, ਫਰਜ਼ ਸਾਨੂੰ ਨਿਭਾਉਣੇ ਪੈਂਦੇ ਨੇ। ਹੁਣ ਮੈਂ ਜਿਵੇਂ ਖਬਰਾਂ ਦੀ ਗੱਲ ਕੀਤੀ ਹੈ ਤੇ ਜਿਹੜਾ ਖੇਤੀਬਾੜੀ ਆਰਡੀਨੈਂਸ ਸੀਗਾ ਤੇ ਜਿਹੜਾ ਸੋਧ ਬਿੱਲ ਸੀਗਾ, ਬਿਜਲੀ ਸੋਧ ਬਿੱਲ, ਉਹਨੂੰ ਰੱਦ ਕਰ ਦਿੱਤਾ ਗਿਆ ਹੈਗਾ ਆ। ਉਹਦੇ ਬਾਰੇ ਹੁਣ ਸਾਨੂੰ ਤਫਸੀਲ ਦੇ ਵਿੱਚ ਦੱਸੋ ਕਿ ਕੀ ਮਾਮਲਾ ਪੂਰਾ। ਅਰਸ਼ ਜੀ, ਅਸਲ 'ਚ ਪੰਜਾਬ ਸਟੇਟ ਸ਼ੁਰੂ ਤੋਂ ਹੀ ਆਪਾਂ ਕਹਿ ਲਈਏ, ਬਾਕੀ ਸਟੇਟਾਂ ਤਾਂ ਚਲੋ ਹੁਣ ਨਿਸ਼ਾਨੇ ਤੇ ਆਉਣ ਲੱਗੀਆਂ ਨੇ, ਪਰ ਭਾਰਤ ਦੇ ਵਿੱਚ ਆਜ਼ਾਦੀ ਤੋਂ ਬਾਅਦ ਪੰਜਾਬ ਸਟੇਟ ਬਹੁਤ ਇਸ ਤਰ੍ਹਾਂ ਦਾ ਸੂਬਾ ਸੀ, ਖਿੱਤਾ ਸੀ ਜਿਸ ਨੇ ਸਾਰੇ ਦੇਸ਼ ਦਾ ਢਿੱਡ ਭਰਿਆ ਜੀ। ਹੁਣ ਢਿੱਡ ਤਾਂ ਉਹਨੇ ਭਰਤਾ, ਪਰ ਉਸ ਤੋਂ ਬਾਅਦ ਤੋਂ ਜਿਹੜੀ ਕੇਂਦਰ ਦੇ ਵਿੱਚ ਬੈਠੀਆਂ ਸਰਕਾਰਾਂ ਸੀ ਉਹਨਾਂ ਨੇ ਕਦੇ ਵੀ ਸਕੇ ਪੁੱਤ ਵਾਲਾ ਇਹਦੇ ਨਾਲ ਵਿਵਹਾਰ ਨਹੀਂ ਕੀਤਾ। ਸਮੇਂ ਦੀਆਂ ਗੱਲਾਂ ਆਪਾਂ ਚਾਹੇ ਪੰਜਾਬ ਮਤੇ ਦੀ ਗੱਲ ਕਰ ਲਈਏ ਜਾਂ ਪੰਜਾਬ ਦੇ ਪਾਣੀਆਂ ਦੀ ਗੱਲ ਕਰ ਲਈਏ, ਉਸ ਦੇ ਵਿੱਚ ਜਿਹੜੀ ਵੀ ਸਰਕਾਰ ਆਈ, ਚਾਹੇ ਇੰਦਰਾ ਗਾਂਧੀ ਆਈ ਜਾਂ ਫਿਰ ਦੂਸਰੀਆਂ ਸਰਕਾਰਾਂ ਆਈਆਂ, ਉਹਨਾਂ ਨੇ ਸਾਡੇ ਨਾਲ ਹਮੇਸ਼ਾ ਹੀ ਧੱਕਾ ਕੀਤਾ ਜੀ। ਹੁਣ ਉਹਨਾਂ ਸਾਰੀਆਂ ਚੀਜ਼ਾਂ ਤੋਂ ਸਰਕਾਰ ਤੇ ਪੰਜਾਬ ਕਾਫੀ ਵਾਰੀ ਇਹਨਾਂ ਪੜਾਵਾਂ 'ਚੋਂ ਨਿਕਲਦਾ ਪੀੜ੍ਹੀ ਦਰ ਪੀੜ੍ਹੀ। ਤੁਸੀਂ ਜਾਣਦੇ ਹੋ ਕਿ ਪਹਿਲਾਂ ਖਾੜਕੂਬਾਦ ਦਾ ਦੌਰ ਰਿਹਾ, ਉਸ ਤੋਂ ਪਹਿਲਾਂ ਨਕਸਲਬਾਦ ਦਾ ਰਿਹਾ, ਫਿਰ ਉਸ ਤੋਂ ਬਾਅਦ 'ਚੋਂ ਹੁਣ ਜਿਹੜਾ ਨਸ਼ਿਆਂ ਦਾ ਦੌਰ ਚੱਲ ਰਿਹਾ ਹੈ, ਉਹਨਾਂ ਸਾਰਿਆਂ ਨੇ ਸਾਡੀ ਬਿਲਕੁਲ ਪਿੱਠ ਲਵਾ ਕੇ ਰੱਖਤੀ ਹੈ ਜੀ। ਹੁਣ ਜਦੋਂ ਤੋਂ ਮੋਦੀ ਸਰਕਾਰ 2014 ਤੋਂ ਪਾਵਰ 'ਚ ਆਈ ਹੈ ਤਾਂ ਉਹਨਾਂ ਦੇ ਜਿਹੜੇ ਸੁਭਾਅ ਹੈ, ਜਿਹੜਾ ਸਰਕਾਰ ਵੇਚਣ ਦਾ, ਉੱਥੋਂ ਲੱਗ ਰਿਹਾ ਹੈ ਕਿ ਹੌਲੀ ਜਿਹੜਾ ਉਹ ਨਾਰਾ ਇਹ ਲਾ ਕੇ ਆਏ ਸੀ ਕਿ ਅਸੀਂ ਫੈਡਰਲਿਜ਼ਮ ਨੂੰ ਬਹੁਤ ਜ਼ਿਆਦਾ ਮਜ਼ਬੂਤ ਕਰਾਂਗੇ, ਸੰਘੀ ਢਾਂਚੇ ਨੂੰ ਮਜ਼ਬੂਤ ਕਰਾਂਗੇ। ਹੁਣ ਐਂ ਲੱਗ ਰਿਹਾ ਕਿ ਉਹ ਸੰਘੀ ਢਾਂਚੇ ਦੀ ਉਹ ਢੰਡੀ ਪੱਟਣ ਨੂੰ ਫਿਰਦੇ ਆ।
ਹਰ ਸਾਲ ਹਰ ਮਹੀਨੇ ਇੱਕ ਇਸ ਤਰ੍ਹਾਂ ਦੇ ਉਹਨਾਂ ਦੇ ਜਿਹੜੀਆਂ ਇੰਟਰੋਡਿਊਸ ਕੀਤੇ ਜਾ ਰਹੀਆਂ ਨਵੀਆਂ ਚੀਜ਼ਾਂ ਤੁਹਾਨੂੰ ਯਾਦ ਹੋਣੀਆਂ ਜੀ। ਜਿਹੜੀ ਪਿਛਲੀ ਟਰਮ ਸੀ ਨਰਿੰਦਰ ਮੋਦੀ ਉਹਨਾਂ ਦੀ, ਉਦੋਂ ਵੀ ਉਹਨਾਂ ਨੇ ਇੱਕ ਇਸ ਤਰ੍ਹਾਂ ਦਾ ਬਿੱਲ ਲਿਆਂਦਾ ਸੀ ਜਿਹਦੇ ਕਰਕੇ ਵੀ ਸ਼ਹਿਰਾਂ ਦੇ ਨੇੜੇ ਜ਼ਮੀਨਾਂ ਜਿਹੜੀਆਂ ਸੜਕਾਂ ਦੇ ਨੇੜੇ ਹੋਣਗੀਆਂ ਉਹਨਾਂ ਨੂੰ ਅਕਵਾਇਰ ਕੀਤਾ ਜਾਊਗਾ। ਬੜਾ ਪ੍ਰੋਟੈਸਟ ਹੋਇਆ, ਬਿਲਕੁਲ ਲੋਕਾਂ ਨੇ ਮੁਖਾਲਫਤ ਕੀਤੀ, ਫਿਰ ਸਰਕਾਰ ਨੂੰ ਆਖਰ 'ਚ ਉਹ ਬਿੱਲ ਵਾਪਸ ਲੈਣਾ ਪਿਆ। ਹੁਣ ਸਰਕਾਰ ਫੁੱਲ ਥੰਪਿੰਗ ਮੈਜੋਰਟੀ ਦੇ ਵਿੱਚ ਹੈਗੀ ਹੈ। ਹੁਣ ਸਰਕਾਰ ਨੇ ਫਿਰ ਉਹ ਕੰਮ ਸ਼ੁਰੂ ਕੀਤਾ ਜਿਸ ਦੇ ਵਿੱਚ ਉਹ ਕਹਿੰਦੇ ਜੀ ਹੁਣ ਖੇਤੀਬਾੜੀ ਜਿਹੜੀ ਖਾਸ ਤੌਰ ਤੇ ਖੇਤੀ ਪ੍ਰਧਾਨ ਸੂਬਾ ਪੰਜਾਬ, ਹਰਿਆਣਾ ਜਿਹੜੀ ਆਪਣੀ ਵਾਲੀ ਬੈਲਟ ਹੈ, ਪੰਜਾਬ ਤਾਂ ਖੜਾ ਹੀ ਸਾਰਾ ਮੰਡੀਕਰਨ ਬੋਰਡ ਤੇ ਸੀ ਕਿਉਂਕਿ MSP ਸਾਡੀਆਂ ਫਸਲਾਂ ਨੂੰ ਦੇਣ ਵਾਸਤੇ ਰੱਖੀ ਗਈ ਸੀ। ਪਰ ਹੁਣ ਜਿਹੜਾ ਸਰਕਾਰ ਨੇ, ਕੇਂਦਰ ਸਰਕਾਰ ਨੇ ਆਰਡੀਨੈਂਸ ਲਿਆਂਦਾ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਖੁੱਲੀ ਇੱਕ ਮੰਡੀ, ਇੱਕ ਬੜਾ ਵੱਡਾ ਵਿਜ਼ਨ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਬੜੀ ਮੰਡੀ ਹੋ ਜਾਣੀ ਹੈ ਜੀ, ਤੁਸੀਂ ਉੱਥੇ ਜਾ ਕੇ ਫਸਲਾਂ ਵੇਚ ਸਕਦੇ ਹੋ ਜੀ। ਪਰ ਉਸ ਨੂੰ ਜੇਕਰ ਡੀਪਲੀ ਜਾ ਕੇ ਦੇਖਦੇ ਆ ਤਾਂ ਐਂ ਲੱਗਦਾ ਕਿ ਇੱਕ ਵਾਰੀ ਸਾਨੂੰ ਝਲਕਾਰਾ ਦਿਖਾ ਕੇ ਆਖਰ ਵਿੱਚ ਇਹ ਸਾਡੀ ਧੌਣ ਤੇ ਗੋਡਾ ਰੱਖਣ ਦੀ ਤਿਆਰੀ ਚੱਲ ਰਹੀ ਹੈ। ਇਹ ਤੇ ਸਿਆਸਤ ਹੋ ਰਹੀ ਸੀ। ਇਸ ਮਾਮਲੇ 'ਚ ਮੌਜੂਦਾ ਜਿਹੜੀ ਪੰਜਾਬ ਦੇ ਵਿੱਚ ਕਾਂਗਰਸ ਸੱਤਾਧਾਰੀ ਧਿਰ ਹੈ, ਉਹਨਾਂ ਨੇ ਇਸ ਦੀ ਮੁਖਾਲਫਤ ਕੀਤੀ, ਕਾਂਗਰਸ ਪਾਰਟੀ ਨੇ ਕੀਤੀ। ਪਰ ਕੇਂਦਰ ਦੇ ਵਿੱਚ ਜਿਹੜੀ ਬੈਠੀ BJP ਦੀ ਸਾਥੀ ਪਾਰਟੀ ਸ਼੍ਰੋਮਣੀ ਅਕਾਲੀ ਦਲ, ਜਿਹੜੀ ਇਸ ਗੱਲ ਦਾ ਦਾਅਵਾ ਕਰਦੀ ਸੀ ਕਿ ਉਹ ਕਿਸਾਨਾਂ ਦੀ ਰਹਿਮੇ ਰਵਾ ਹੈ ਤਾਂ ਉਹਨਾਂ ਵਾਸਤੇ ਖੜਦੀ ਆ, ਉਹਨਾਂ ਵਾਸਤੇ ਮਰਦੀ ਆ ਜੀ, ਪਰ ਉਹਨਾਂ ਦਾ ਬੜਾ ਸ਼ੱਕੀ ਤਰੀਕੇ ਦੇ ਨਾਲ ਇਸ ਆਰਡੀਨੈਂਸ ਦੇ ਵਿੱਚ ਸਾਥ ਨਾ ਦੇਣਾ, ਫਿਰ ਉਸ ਦੀਆਂ ਸਫਾਈਆਂ ਦੇਣੀਆਂ, ਫਿਰ ਉਹ ਸਾਰੀਆਂ ਚੀਜ਼ਾਂ ਨੇ ਕਾਫੀ ਸਾਰੇ ਇਸ ਗੱਲ ਵੱਲ ਇਸ਼ਾਰੇ ਸ਼ੁਰੂ ਤੋਂ ਹੀ ਕਰਨੇ ਸ਼ੁਰੂ ਕਰ ਦਿੱਤੇ ਸੀ कि किसी को कैसे बताएं ज़रूरत है अपनी, मदद मिले ना मिले आबरू जाती है। सो श्रोमणी अकाली दल ने इस दे विच जिहड़ा शक्की रोल निभाया ਉਹ ਖਾਸ ਤੌਰ ਤੇ ਜਿਹੜਾ ਹੁਣ ਸਦਨ ਜਿਹਦੀ ਆਪਾਂ ਗੱਲ ਕਰਨੀ ਹੈ ਅੱਗੇ, ਸਦਨ ਸੱਦਿਆ ਗਿਆ ਇੱਕ ਦਿਨ ਵਾਸਤੇ। ਉਸ ਦੇ ਵਿੱਚ ਇਹ ਖੇਤੀਬਾੜੀ ਦਾ ਜਿਹੜਾ ਆਰਡੀਨੈਂਸ ਬਿੱਲ ਲਿਆਂਦਾ ਗਿਆ, ਇਸ ਨੂੰ ਕਾਂਗਰਸ ਨੇ, ਇਸ ਨੂੰ ਚਾਹੇ ਬੈਂਸ ਭਰਾ ਸੀ ਉਹਨਾਂ ਦੀ ਪਾਰਟੀ ਨੇ, ਜਾਂ ਫਿਰ ਆਮ ਆਦਮੀ ਪਾਰਟੀ ਦੇ ਜਿਹੜੀ ਮੁਖਾਲਫਤ ਜਾਂ ਉਹਨਾਂ ਤੋਂ ਬਾਕੀ ਹੋਇਆ ਕਮਲ ਸੰਧੂ ਹੋਣੀ, ਜਾਂ ਫਿਰ ਦੂਸਰੀਆਂ ਜਿਹੜੀਆਂ ਵੀ ਪਾਰਟੀਆਂ ਸੀ, ਸ਼੍ਰੋਮਣੀ ਅਕਾਲੀ ਦਲ ਇਸ ਦੇ ਵਿੱਚ ਸ਼ਾਮਲ ਨਹੀਂ ਹੋਇਆ ਜੀ ਜੀ। ਔਰ BJP ਨੇ ਇਹਦੀ ਮੁਖਾਲਫਤ ਕਰਨੀ ਸੀ ਕਿਉਂਕਿ BJP ਦੀ ਤਾਂ ਕੇਂਦਰ 'ਚ ਸਰਕਾਰ ਹੈ, ਮਜਬੂਰੀ ਹੋ ਜਾਂਦੀ ਹੈ ਜੀ। ਹੁਣ ਇਹ ਬਿੱਲ ਤਾਂ ਪਾਸ ਕਰ ਦਿੱਤਾ ਹੈ ਨਾ, ਆਰਡੀਨੈਂਸ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆ ਗਈਆਂ ਨੇ ਕਿਉਂਕਿ ਪਿਛਲੇ ਦਿਨਾਂ 'ਚ ਕਿਸਾਨ ਭਾਈਚਾਰਾ ਵੱਡੀ ਗਿਣਤੀ ਦੇ ਵਿੱਚ ਇਕੱਠ ਕਰਕੇ ਸੜਕਾਂ ਦੇ ਉੱਤੇ ਉਹਨਾਂ ਨੇ ਪ੍ਰੋਟੈਸਟ ਕੀਤੇ। ਫਿਰ ਪਰਸੋਂ ਦੀ ਗੱਲ ਹੈ ਕਿ 550 ਪਿੰਡਾਂ ਦੇ ਵਿੱਚ ਨਾਕੇਬੰਦੀ ਕਰਕੇ ਐਲਾਨ ਕੀਤਾ ਗਿਆ ਕਿ ਅਸੀਂ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਵੜ ਨਹੀਂ ਦੇਣਾ। ਹੁਣ ਉਸ ਦੀ ਹੋ ਰਹੇ ਖੱਜਲ ਖੁਆਰੀ 'ਚ ਸ਼੍ਰੋਮਣੀ ਅਕਾਲੀ ਦਲ ਨੇ ਕੱਲ ਫਿਰ ਇੱਕ ਸਕੂਫਾ ਛੱਡਿਆ। ਉਹਨਾਂ ਨੇ ਕਿਹਾ ਜੀ ਆਹ ਦੇਖੋ ਜੀ, ਕੇਂਦਰੀ ਮੰਤਰੀ ਤੋਂ ਅਸੀਂ ਲਿਆ ਚਿੱਠੀ ਦੇ ਵਿੱਚ ਲਿਖਿਆ ਕਿ ਜੀ ਤੁਹਾਡੇ ਸਮਰਥਨ ਮੁੱਲ ਪੂਰੇ ਦਾ ਪੂਰਾ ਰਹੂਗਾ। ਪਰ ਉਹਨਾਂ ਤਾਂ ਲੱਗਦਾ ਸੀ ਵੀ ਸਾਡੀ ਇਸ ਚਿੱਠੀ ਦੇ ਨਾਲ ਸ਼ਾਇਦ ਸਾਨੂੰ ਫਾਇਦਾ ਹੋ ਜੇ, ਪਰ ਫਾਇਦਾ ਕੋਈ ਬਹੁਤਾ ਹੋਇਆ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦਾ ਮਾਹੌਲ ਬਣਦਾ ਜਾ ਰਿਹਾ ਹੈ। ਦੂਸਰੀ ਗੱਲ ਇਹ ਸੀ ਕਿ ਸਦਨ ਦੀ ਜਦੋਂ ਕਾਰਵਾਈ ਸ਼ੁਰੂ ਹੋਈ ਤਾਂ 29 MLA ਨੂੰ ਤਾਂ ਕਰੋਨਾ ਹੋਇਆ ਹੋਇਆ ਸੀ, 4 ਮੰਤਰੀਆਂ ਨੂੰ ਕਰੋਨਾ ਹੋਇਆ ਹੋਇਆ ਸੀ। ਸੋ ਕੁਛ ਜਿਹੜੇ ਆਮ ਆਦਮੀ ਪਾਰਟੀ ਦੇ MLA ਸੀ, ਉਹ ਜਦੋਂ ਅੰਦਰ ਜਾਣਾ ਚਾਹੁੰਦੇ ਸੀ PP ਕਿਟਾਂ ਪਾ ਕੇ, ਉਹ ਆਪਣਾ ਪ੍ਰੋਟੈਸਟ ਕਰਨਾ ਚਾਹੁੰਦੇ ਸੀ, ਤਾਂ ਮੌਜੂਦਾ ਸੱਤਾਧਾਰੀ ਧਿਰ ਨੇ ਉਹਨਾਂ ਨੂੰ ਇਹ ਕਹਿ ਕੇ ਬਾਹਰ ਰੋਕਤਾ ਕਿ ਤੁਸੀਂ ਜਾ ਨਹੀਂ ਸਕਦੇ ਕਿਉਂਕਿ ਇੱਕ MLA ਦੇ ਗਨਮੈਨ ਨੂੰ ਕਰੋਨਾ ਹੋਇਆ, ਇਸ ਕਰਕੇ ਤੁਸੀਂ ਸਾਨੂੰ ਅੰਦਰ ਅਫੈਕਟ ਕਰ ਸਕਦੇ ਹੋ। ਪਰ ਉਹ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਉਹ ਕਹਿੰਦੇ ਵੀ ਸਾਡੇ ਤਾਂ ਇੱਕ ਗਨਮੈਨ ਨੂੰ ਕਰੋਨਾ ਹੋਇਆ, ਕੈਪਟਨ ਅਮਰਿੰਦਰ ਦੇ ਤਾਂ 12-13 ਗਨਮੈਨਾਂ ਨੂੰ ਹੋਇਆ। ਇਹਦਾ ਮਤਲਬ ਉਹਨਾਂ ਨੂੰ ਤਾਂ ਨੇੜੇ ਨਹੀਂ ਸੀ ਲੱਗਣ ਦੇਣਾ ਚਾਹੀਦਾ ਇਸ ਚੀਜ਼ ਦੇ। ਔਰ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਤਾਂ ਸ਼ਾਮਲ ਨਹੀਂ ਹੋਇਆ। ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸਾਥ ਛੱਡ ਕੇ ਢੀਂਡਸਾ ਪਰਿਵਾਰ ਗਿਆ, ਉਹਨਾਂ ਦਾ ਜਿਹੜਾ ਲਖਤ ਜਿਗਰ ਹੈ ਪਰਮਿੰਦਰ ਸਿੰਘ ਢੀਂਡਸਾ, ਉਹਨੇ ਪੇਸ਼ ਕਰਨਾ ਸੀਗਾ। ਉਹ ਚਾਹੁੰਦਾ ਸੀ ਕਿ ਆਰਡੀਨੈਂਸ ਦਾ ਮਤਾ ਮੈਂ ਪਾਸ ਕਰਾਂ, ਪਰ ਫਿਰ ਹੁਣ ਕੈਪਟਨ ਸਾਹਿਬ ਨੇ ਇਸ ਦਾ ਕਿਤੇ ਨਾ ਕਿਤੇ ਫਾਇਦਾ ਲੈਣਾ ਸੀ, ਉਸ ਦਾ ਮਤਾ ਤਾਂ ਕਰਤਾ ਰੱਦ। ਪਰ ਫਿਰ ਕੈਪਟਨ ਅਮਰਿੰਦਰ ਉਹਨਾਂ ਨੇ ਇਹ ਮਤਾ ਰੱਖਿਆ, ਸਦਨ ਦੇ ਸਰਬਸੰਮਤੀ ਦੇ ਨਾਲ ਇਸ ਨੂੰ ਪਾਸ ਹੋ ਗਿਆ। ਇੱਕ ਬਿਜਲੀ ਸੋਧ ਸੀ ਜਿਹੜਾ ਪਹਿਲਾਂ ਸਾਡੇ ਤੇ ਜਿਹੜੇ ਟੈਰਿਫ ਨੂੰ ਕੰਟਰੋਲ ਕਰਨ ਵਾਸਤੇ ਕੇਂਦਰ ਆਪਣੇ ਅੰਦਰ ਲੈਣਾ ਚਾਹੁੰਦੀ ਸੀ, ਉਹ ਸਾਰੀਆਂ ਚੀਜ਼ਾਂ ਹੁਣ ਹੋ ਗਈਆਂ ਪਾਸ। ਪਰ ਨਾਲ ਇੱਕ ਗੱਲ ਜਿਹੜੀ ਇਹ ਚ ਰੋਚਕ ਮੈਂ ਤੁਹਾਨੂੰ ਹੋਰ ਦੱਸਣੀ ਚਾਹੁੰਦਾ ਜੀ। ਬਿਲਕੁਲ ਸਦਨ ਦੇ ਵਿੱਚ ਸਦਨ ਤੋਂ ਖਤਮ ਹੋਣ ਤੋਂ ਬਾਅਦ ਚੋਂ ਕੈਪਟਨ ਸਾਹਿਬ ਦੇ ਮੀਡੀਆ ਐਡਵਾਈਜ਼ਰ ਰਵੀਨ ਠੁਕਰਾਲ ਸਾਹਿਬ ਦਾ ਟਵੀਟ ਆਉਂਦਾ ਵੀ ਕੈਪਟਨ ਸਾਹਿਬ ਨੇ ਸਦਨ 'ਚ ਪਾਰਟਿਸਿਪੇਟ ਕਰ ਲਿਆ ਜੀ,
ਹੁਣ ਉਹ 7 ਦਿਨਾਂ ਵਾਸਤੇ ਆਪਣੇ ਆਪ ਨੂੰ ਬਿਲਕੁਲ ਕੁਆਰੰਟੀਨ ਕਰਕੇ ਰੱਖਣਗੇ। ਆਈਸੋਲੇਸ਼ਨ ਚੰਗੀ ਗੱਲ ਹੈ, ਰੱਖ ਲੈਣਾ ਚਾਹੀਦਾ। 7 ਦਿਨ ਇਕੱਠੇ ਹੋਏ ਨੇ, ਕਰ ਲੈਣਾ ਚਾਹੀਦਾ ਹੈ, ਕਿਉਂਕਿ ਇੱਕ ਕੁਲਵੀਰ ਜੀਰਾ ਜਿਹਨੇ ਉੱਥੇ ਅਟੈਂਡੈਂਸ ਦਿੱਤੀ ਹੈ ਉਸ ਦਾ ਵੀ ਕਰੋਨਾ ਪੋਜ਼ਿਟਿਵ ਬਾਅਦ ਚੋਂ ਆਇਆ, ਇਸ ਕਰਕੇ ਬਣਦਾ ਜੀ। ਪਰ ਦੂਜਾ ਪੱਖ ਇਹ ਹੈ ਕਿ ਕਰੋਨਾ ਜਦੋਂ ਤੋਂ ਫਰਵਰੀ ਤੋਂ ਸ਼ੁਰੂ ਹੋਇਆ, ਕੈਪਟਨ ਅਮਰਿੰਦਰ ਤਾਂ ਉਦੋਂ ਦੀ ਕੁਆਰੰਟੀਨ ਨੇ। ਬਿਲਕੁਲ। ਉਹ ਤਾਂ ਉਸੇ ਦਿਨ ਤੇ ਆਪਣੇ ਫਾਰਮ ਹਾਊਸ ਚੋਂ ਨਿਕਲੇ ਨਹੀਂ, ਉਹਨਾਂ ਜਿੱਡਾ ਕੁਆਰੰਟੀਨ ਤਾਂ ਮੇਰੇ ਖਿਆਲ ਨਾਲ ਦੁਨੀਆ ਦੇ ਅੱਧੇ ਲੀਡਰ ਨਹੀਂ ਹੋਏ ਹੋਣੇ। ਸਾਰੇ ਲੀਡਰਾਂ ਦਾ ਕੁਆਰੰਟੀਨ ਜੋੜ ਲਈਏ ਤਾਂ ਕੈਪਟਨ ਅਮਰਿੰਦਰ ਦਾ ਇਕੱਲੇ ਦਾ ਬਣਦਾ। ਹੁਣ ਉਹਨਾਂ ਦਾ ਇਹ ਗੱਲ ਬੜੀ ਰੋਚਕ ਜੀ ਜਾਂ ਇੱਕ ਮਜ਼ਾਕ ਦਾ ਪਾਤਰ ਬਣੀ ਹੋਈ ਹੈ ਕਿ ਕੈਪਟਨ ਅਮਰਿੰਦਰ ਤਾਂ ਬੜੇ ਲੰਬੇ ਸਮੇਂ ਤੋਂ ਇਸ ਗੱਲ 'ਚ ਬੈਠੇ ਸੀ, ਪਰ ਚਲੋ ਹੁਣ ਉਹਨਾਂ ਨੇ ਕਿਹਾ ਕਿ ਮੈਂ ਹਫ਼ਤਾ ਉਸ ਤੋਂ ਅਲੱਗ ਰਹੂੰਗਾ। ਸੋ ਇਸ ਗੱਲ ਦੀ ਗੂੰਜ ਹੁਣ ਆਉਂਦੇ ਸਮੇਂ ਦੇ ਵਿੱਚ ਜਿਹੜੀ ਸਿਆਸਤ ਹੈ, ਆਰਡੀਨੈਂਸ ਤੇ ਜਿਹੜੀ ਹੋਣੀ ਹੈ, ਸ਼੍ਰੋਮਣੀ ਅਕਾਲੀ ਦਲ ਨੇ ਵੀ, ਕਿਉਂਕਿ 2022 ਦੀਆਂ ਚੋਣਾਂ ਆ ਰਹੀਆਂ ਨੇ, ਉਸ ਦੇ ਵਿੱਚ ਉਹਨਾਂ ਨੇ ਆਪਣਾ ਪਨਾਹ ਬਚਾਉਣ ਦੀ ਕੋਸ਼ਿਸ਼ ਕਰਨੀ ਹੈ, ਪਰ ਸਮਾਂ ਉਹਨਾਂ ਦੇ ਹੱਥੋਂ ਨਿਕਲਦਾ ਜ਼ਿਆਦਾ। ਸੋ ਇਸ ਗੱਲ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਮੌਜੂਦਾ ਕਾਂਗਰਸ ਸਰਕਾਰ ਹੈ ਉਹਨੇ ਵੋਟਾਂ 'ਚ ਤਾਂ ਨੂੰ ਅਸਰ ਹੋਵੇ ਨਾ ਹੋਵੇ, ਪਰ ਕਿਸਾਨਾਂ ਨੂੰ ਇਹ ਦਿਖਾ ਦਿੱਤਾ ਕਿ ਅਸੀਂ ਤੁਹਾਡੇ ਨਾਲ ਖੜਨ ਦੀ ਕੋਸ਼ਿਸ਼ ਕੀਤੀ। ਬਿਲਕੁਲ। ਹੁਣ ਇਹ ਬਿੱਲ ਤਾਂ ਜਿਹੜਾ ਹੈਗਾ ਰੱਦ ਕਰ ਦਿੱਤਾ ਗਿਆ, ਪਰ ਹੁਣ ਨਾਲ ਜਿਹੜੇ ਸਾਬਕਾ ਡੀਜੀਪੀ ਦੀ ਜੇ ਅਸੀਂ ਗੱਲ ਕਰ ਲਈਏ, ਸੁਮੇਧ ਸੈਣੀ, ਉਹਨਾਂ ਦੇ ਘਰ ਦੇ ਬਾਹਰ ਪੁਲਿਸ ਜਿਹੜੀ ਸੀ ਉਹ ਨਜ਼ਰ ਆਈ ਹੈਗੀ ਆ, ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਮਿਲ ਨਹੀਂ ਰਹੀ ਸੀ ਕਿਤੇ, ਪਰ ਹੁਣ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਹੈ ਉਹ ਰੱਦ ਕਰ ਦਿੱਤੀ ਗਈ ਹੈ, 1 ਸਤੰਬਰ ਤੱਕ ਰੱਦ ਕਰ ਦਿੱਤੀ ਹੈ। ਅਜਿਹਾ ਕਿਉਂ? ਉਹਦਾ ਕਾਰਨ ਇਹ ਹੈ ਕਿਉਂਕਿ ਆਪਾਂ ਜਦੋਂ ਸੁਮੇਧ ਸੈਣੀ ਦੀ ਆਪਾਂ ਜ਼ਿਕਰ ਕਰਦੇ ਹਾਂ, ਪਿਛਲੇ ਕੁਝ ਸਮਿਆਂ ਤੋਂ ਜਦੋਂ ਤੋਂ ਉਹਨਾਂ ਦੇ ਖਿਲਾਫ ਦੁਬਾਰਾ ਇਹ ਕੇਸ ਖੁੱਲਿਆ ਹੈ, ਜਿਹੜਾ ਬਲਵੰਤ ਸਿੰਘ ਮੁਲਤਾਨੀ ਵਾਲਾ ਕੇਸ ਸੀ 1991-92 ਦਾ ਜੀ, ਜਿਨ੍ਹਾਂ ਨੂੰ ਘਰੋਂ ਚੱਕ ਕੇ ਫਿਰ ਉਹਨਾਂ ਤੇ ਕਥਿਤ ਰੂਪ ਵਿੱਚ ਤਸ਼ੱਦਦ, ਫਿਰ ਉਹਨਾਂ ਦਾ ਲਾਪਤਾ ਹੋ ਜਾਣਾ, ਉਹ ਕੇਸ ਬੜੇ ਪੜਾਵਾਂ 'ਚ ਹੁੰਦਾ ਹੋਇਆ ਹੁਣ ਇਹਨਾਂ ਦਿਨਾਂ 'ਚ ਇੱਕ ਵਾਰੀ ਫਿਰ ਚਰਚਾ 'ਚ ਹੈ ਜੀ। ਉਸ ਚਰਚਾ ਦੇ ਵਿੱਚ ਸੁਮੇਧ ਸਿੰਘ ਸੈਣੀ ਉਹਨਾਂ ਨੇ ਆਪਣੇ ਖਿਲਾਫ ਪਹਿਲੇ ਹੀ ਕੋਰਟ ਦੇ ਵਿੱਚ ਕਹਿਤਾ ਸੀ ਕਿ ਧਾਰਾ 302 ਨਾ ਜੀ ਮੇਰੇ ਤੇ ਲਾ ਦੇਣ, ਮੈਨੂੰ ਜ਼ਮਾਨਤ ਦੇ ਦਿਓ। ਹਾਲਾਂਕਿ ਮੁਕੱਦਮਾ ਦਰਜ ਵੀ ਨਹੀਂ ਸੀ ਹੋਇਆ ਜੀ, ਉਹਨਾਂ ਨੂੰ ਉਹ ਬਲੈਂਕ ਜ਼ਮਾਨਤ ਉਹਦੇ ਵਿੱਚ ਮਿਲ ਗਈ ਸੀ। ਬੜੀ ਚਰਚਾ ਹੋਈ ਇਸ ਗੱਲ ਦੀ ਵੀ ਮੁਕੱਦਮਾ ਦਰਜ ਨਹੀਂ ਹੋਇਆ, ਤੁਸੀਂ ਪਹਿਲੇ ਹੀ ਕੋਈ ਗੱਲ ਨਹੀਂ ਬਲ ਚੱਲੀ ਵੀ ਕਰ ਲਿਆ ਗਿਆ। ਫਿਰ ਉਸ ਮਾਮਲੇ 'ਚ ਕੋਰਟ 'ਚ ਸੁਣਵਾਈ ਹੋਈ ਤਾਂ ਕੋਰਟ ਨੇ ਉਹਨੂੰ ਪ੍ਰੋਸੀਡ ਕਰਨ ਵਾਸਤੇ ਅੱਗੇ ਇਜਾਜ਼ਤ ਦੇ ਦਿੱਤੀ। ਜਦੋਂ ਧਾਰਾ 302 ਉਹਨਾਂ ਦੇ ਨਾਲ ਲੱਗੀ ਹੈ, ਪਰ ਇੱਕ ਉਹਨਾਂ ਦੀ ਉਸ ਮਾਮਲੇ 'ਚ ਪਹਿਲਾਂ ਕੋਰਟ ਨੇ ਕਿਹਾ ਸੀ ਕਿ ਜੇ ਇਹਨਾਂ ਨੂੰ ਗ੍ਰਿਫਤਾਰ ਕਰਨਾ ਹੈ ਤਾਂ 3 ਦਿਨਾਂ ਦਾ ਇਹਨਾਂ ਨੂੰ ਨੋਟਿਸ ਦੇਣਾ ਹੋਊਗਾ। ਹੁਣ ਪੰਜਾਬ ਪੁਲਿਸ ਐਕਟਿਵ ਹੋ ਗਈ, ਉਹਨਾਂ ਦੇ ਘਰ ਉਹਨਾਂ ਦੇ ਛਾਪੇਮਾਰੀ ਹੋਈ, ਉਹਨਾਂ ਦੇ ਫਾਰਮ ਹਾਊਸ ਤੇ ਵੀ ਛਾਪੇਮਾਰੀ ਹੋਈ। ਸੁਮੇਧ ਸੈਣੀ ਉੱਥੇ ਮਿਲੇ ਨਹੀਂ, ਪਰ ਫਿਰ ਉਹਨਾਂ ਦੇ ਵਕੀਲਾਂ ਨੇ ਜਾ ਕੇ ਕੋਰਟ ਦੇ ਵਿੱਚ ਦਰਖਾਸਤ ਦਿੱਤੀ ਕਿ ਸਾਡੇ ਮੁਵੱਕਲ ਨੂੰ ਪੁਲਿਸ ਤੰਗ ਕਰ ਰਹੀ ਹੈ, ਪੰਜਾਬ ਸਰਕਾਰ ਪਿੱਛੇ ਪਈ ਹੋਈ ਹੈ, ਇਸ ਕਰਕੇ ਜਦੋਂ ਤੱਕ ਇਹਦੀ ਜ਼ਮਾਨਤ ਦੇ ਵਿੱਚ ਕੋਈ ਫੈਸਲਾ ਨਹੀਂ ਆਉਂਦਾ 302 ਦੀ ਦਾ, ਉਸ ਵੇਲੇ ਤੱਕ ਇਹਨਾਂ ਤੇ ਸਟੇ ਲਾਈ ਜਾਵੇ। ਸੋ ਉਹਨਾਂ ਨੂੰ ਇਸ ਵੇਲੇ ਤਾਂ ਮਿਲ ਗਿਆ ਸਟੇ, ਪਰ ਦੂਜੇ ਪਾਸੇ ਉਹਨਾਂ ਦੇ ਨਾਲ ਖੱਬੀਆਂ ਸੱਜੀਆਂ ਬਾਹਾਂ ਜਿਹੜੀਆਂ ਹੁੰਦੀਆਂ ਸੀ, ਹੁਣ ਉਹੀ ਬਾਹਾਂ ਜਿਹੜੀਆਂ 9 ਮਾਸ ਦਾ ਰਿਸ਼ਤਾ ਸੀ, ਹੁਣ ਉਹ ਬਾਜ 9 ਮਾਸ ਦਾ ਰਿਸ਼ਤਾ ਬਣ ਗਿਆ। ਨਾਲ ਦੇ ਸਾਥੀ ਇੰਸਪੈਕਟਰ ਜੰਗੀਰ ਸਿੰਘ ਹੁੰਦਾ ਸੀ, ਉਹ ਜਿਹੜਾ ਹੁਣ ਮੁੱਕਰ ਗਿਆ, ਤੇ ਇੱਕ ਦੂਸਰਾ ਇੰਸਪੈਕਟਰ ਰਾਮ ਸਹਾਇ ਕਿਹੜਾ ਸੀ, ਤੇ ਇੱਕ ਕੁਲਦੀਪ ਸੰਧੂ ਸੀ। ਉਹ ਸਾਰੇ ਹੀ ਹੁਣ ਵਾਅਦਾ ਮਾਫ ਗਵਾ ਜਦੋਂ ਉਹਨਾਂ ਦੇ ਖਿਲਾਫ ਬਣ ਗਏ। ਉਸ ਵੇਲੇ ਵਿੱਚ ਜਦੋਂ ਉਹ ਬਲਵੰਤ ਸਿੰਘ ਮੁਲਤਾਨੀ ਦਾ ਦੱਸਿਆ ਜਾਂਦਾ ਕਿ ਚੰਡੀਗੜ੍ਹ ਦੇ ਇੱਕ ਥਾਣੇ ਦੇ ਵਿੱਚ ਉਹਨਾਂ ਨੂੰ ਬੰਦ ਕਰਕੇ ਜਿਹਦੇ ਤੇ ਤਸ਼ੱਦਦ ਕੀਤਾ ਗਿਆ, ਉੱਥੇ ਇੱਕ ਹਵਾਲਾਤੀ ਦੇ ਤੌਰ ਤੇ ਬੰਦਾ ਰਿਹਾ, ਉਸ ਬੰਦੇ ਨੇ ਵੀ ਬਿਆਨ ਦਰਜ ਕਰਾਤੇ, ਇੱਕ ਵਕੀਲ ਨੇ ਵੀ ਬਿਆਨ ਦਰਜ ਕਰਾਤੇ ਆ। ਸੋ ਇਸ ਕਰਕੇ ਬੱਕਰੇ ਦੀ ਮਾਂ ਹੁਣ ਕਦੋਂ ਤੱਕ ਖੈਰ ਮਨਾਊਗੀ? ਸੈਣੀ ਸਾਹਿਬ ਭਜਨਠ ਤਾਂ ਕਰ ਰਹੇ ਆ, ਪਰ ਜਿਹਾ ਬੀਜਿਆ ਤੇ ਇਹ ਜਿਹਾ ਵੱਢਣਾ ਪੈਂਦਾ। ਸੋ ਉਸ ਮਾਮਲੇ 'ਚ ਮੈਨੂੰ ਲੱਗਦਾ ਹੈ ਕਿ ਆਉਂਦਾ ਸਮਾਂ ਸੁਮੇਧ ਸਿੰਘ ਸੈਣੀ ਉਹਨਾਂ ਦਾ ਕਾਫੀ ਸੰਘਰਸ਼ਮਈ ਹੋਣਾ ਨਜ਼ਰ ਆਉਂਦਾ ਹੈ ਜੀ। ਜੀ ਬਿਲਕੁਲ। ਨਾਲ ਹੁਣ ਇੱਕ ਹੋਰ ਖਬਰ ਜਿਹੜੀ ਸਾਹਮਣੇ ਆਈ ਹੈ ਮਿਸਟਰ ਧਾਲੀਵਾਲ, ਕਿ ਜਿਹੜੇ ਬਿਜਲੀ ਬੋਰਡ ਤੇ ਪੁਲਿਸ ਦੇ, ਜੇ ਮੈਂ ਦੀ ਗੱਲ ਕਰੀਏ ਤਾਂ ਬਿਜਲੀ ਬੋਰਡ ਦੀ ਤੇ ਪੁਲਿਸ ਦੀ, ਉਹਨਾਂ ਦੀ ਖਿੱਚੋਤਾਣ ਕਿਹੜੀ ਗੱਲ ਤੋਂ ਹੈਗੀ ਹੈ? ਕਹਿੰਦੇ ਕਿ ਪੁਲਿਸ ਵਾਲਿਆਂ ਨੇ ਚਲਾਨ ਕੱਟ ਦਿੱਤੇ ਹੈਗੇ ਨੇ ਤੇ ਬਿਜਲੀ ਬੋਰਡ ਨੇ ਉਹਨਾਂ ਦੇ ਕਨੈਕਸ਼ਨ ਥਾਣਿਆਂ ਦੇ ਕੱਟ ਦਿੱਤੇ ਨੇ। ਇਹ ਕੀ ਖਬਰ ਹੈ? ਇਹ ਦੱਸੋ ਸਾਨੂੰ ਥੋੜਾ ਜਿਹਾ। ਇਹ ਅਸਲ 'ਚ ਇਹਦੇ ਵਿੱਚ ਸਾਰਾ ਇੱਕ ਨੂੰ ਕਿਰੋਨੀਆ ਕਹਿੰਦੇ ਹੁੰਦੇ ਵੀ ਆਵਾ ਹੀ ਹੁੰਦਾ ਹੈ, ਹੈ ਨਾ। ਸਾਡੇ ਦੇਸ਼ ਦੇ ਵਿੱਚ ਗੱਲਾਂ ਤਾਂ ਇਹ ਕੀਤੀਆਂ ਜਾਂਦੇ ਨੇ ਵੀ ਲੋਕਤੰਤਰ ਚੱਲਦਾ, ਪਰ ਸ਼ੁਰੂ ਤੋਂ ਜਦੋਂ ਸਾਨੂੰ ਅੰਗਰੇਜ਼ ਛੱਡ ਕੇ ਗਏ ਸੀ, ਅੰਗਰੇਜ਼ਾਂ ਤੋਂ ਬਾਅਦ ਸਾਡੇ ਬਹੁਤ ਸਾਰੀਆਂ ਚੀਜ਼ਾਂ 'ਚ ਅਜੇ ਤੱਕ ਸੁਧਾਰ ਨਹੀਂ ਹੋਇਆ। ਸਾਡੇ ਤਾਂ ਜਦੋਂ ਪਟਵਾਰੀ ਕੋਈ ਵਸੀਕਾ ਨਵੀਸ ਲਿਖਦਾ ਹੈ, ਅੱਧੀ ਭਾਸ਼ਾ ਤੁਹਾਨੂੰ ਉਹਨਾਂ ਦੀ ਸਮਝ ਨਹੀਂ ਆਉਂਦੀ, ਜਿਹੜੇ ਉਹਨਾਂ ਨੇ ਲਫ਼ਜ਼ ਪਾਏ ਹੁੰਦੇ ਆ, ਰਕਬੇ, ਵਸੀਕੇ, ਨਵੀਸੇ ਜਿਹੜੇ ਹੁੰਦੇ ਆ, ਉਹ ਤੁਹਾਨੂੰ ਸਮਝ ਨਹੀਂ ਆਉਂਦੀਆਂ, ਖੇਵਟਾਂ। ਉਸੇ ਤਰੀਕੇ ਨਾਲ ਜਿਹੜੀ ਪੰਜਾਬ ਪੁਲਿਸ ਦੀ ਭਾਸ਼ਾ ਹੈ,
ਜਦੋਂ ਉਹਨਾਂ ਨੇ ਮੁਕੱਦਮਾ ਦਰਜ ਕਰਨਾ ਹੁੰਦਾ, ਉਹਨਾਂ ਦੀ ਵੀ ਭਾਸ਼ਾ ਵੀ ਇਸ ਤਰ੍ਹਾਂ ਦੀ ਹੁੰਦੀਆਂ ਨੇ ਕਿ ਤੁਸੀਂ ਸਮਝ ਨਹੀਂ ਸਕਦੇ ਵੀ ਕੀ ਲਿਖਿਆ। ਇਹ ਅੰਗਰੇਜ਼ਾਂ ਦੇ ਵੇਲੇ ਦਾ ਉਦੋਂ ਦਾ ਹੀ ਚੱਲਿਆ ਰਿਹਾ। ਬਹੁਤ ਸਾਰੀਆਂ ਚੀਜ਼ਾਂ ਨੇ ਜਿਸ ਦੇ ਵਿੱਚ ਜੇਕਰ ਹੁਣ ਆਪਾਂ ਕਹੀਏ ਕਿ ਪੰਜਾਬ ਪੁਲਿਸ ਤੇ ਦੋਸ਼ ਤਾਂ ਭ੍ਰਿਸ਼ਟਾਚਾਰ ਦੇ ਦੇਖੋ ਬਹੁਤ ਲੱਗਦੇ ਆ, ਔਰ ਪੰਜਾਬ ਪੁਲਿਸ ਦੇ ਵਿੱਚ ਘੱਟ ਵੀ ਕਿਤੇ ਨਹੀਂ ਹੈ। ਹਮੇਸ਼ਾ ਉਹ ਮੌਕਾ ਪ੍ਰਸਤ ਇਹਨਾਂ ਦਾ ਹੁੰਦਾ ਕਿ ਜਦੋਂ ਕੋਈ ਥਾਣੇ 'ਚ ਇਨਸਾਫ ਲੈਣ ਆਇਆ ਤਾਂ ਉਹਨਾਂ ਦਾ ਮੌਕਾ ਹੁੰਦਾ ਕਿ ਆਪਾਂ ਨੂੰ ਝੂੰਡ ਕੇ ਮਿਲਈਏ। ਇਹ ਗੱਲਾਂ ਜਗਜਾਹਰ ਨੇ। ਪਰ ਉਹਨਾਂ ਦੇ ਜਿਹੜੇ ਖਰਚੇ ਸੀ, ਇੱਕ ASI ਦਾ ਜਿਹੜਾ 1947 ਦੇ ਵਿੱਚ ਜਿਹੜੇ ਖਰਚੇ ਹੋਇਆ ਕਰਦੇ ਸੀ ਜੀ, ਉਹਨੂੰ ਸਾਈਕਲ ਦੇ 15 ਭੱਤੇ ਜਾਂ ਫਿਰ 90 ਰੁਪਏ ਜੀ ਉਹਨੂੰ, ਫਿਰ ਜਦੋਂ ਮੋਟਰਸਾਈਕਲ ਦਾ ਖਰਚਾ ਹੋਇਆ। ਹੁਣ ਅੱਜ ਦੇ ਜ਼ਮਾਨੇ 'ਚ ਅਰਸ਼ ਜੀ ਤੁਸੀਂ ਦੇਖੋ ਕਿ ਉਹ ਉਹਨਾਂ ਦੇ ਖਰਚੇ ਕਿਵੇਂ ਪੂਰੇ ਹੋਣਗੇ। ਉਹ ਸਾਰੀਆਂ ਚੀਜ਼ਾਂ ਨੂੰ ਰਿਵਿਊ ਕਰਨ ਦੀ ਲੋੜ ਹੈ। ਹੁਣ ਥਾਣਿਆਂ ਦੇ ਵਿੱਚ ਜਿਸ ਤਰੀਕੇ ਨਾਲ ਅਸੀਂ ਕਹਿੰਦੇ ਆ ਵੀ ਤਹਿਸੀਲਦਾਰ ਬੜੇ ਕਰਪਟ ਹੁੰਦੇ ਆ, ਪਟਵਾਰੀ ਬੜੇ ਕਰਪਟ ਹੁੰਦੇ ਆ, ਅਕਸਰ ਫੜੇ ਤੁਰੇ ਜਾਂਦੇ ਆ, ਪਰ ਜੇਕਰ ਤੁਸੀਂ ਪਿੱਛੇ ਜਾ ਕੇ ਦੇਖੋ, ਜਿਹੜਾ ਪੰਜਾਬ ਦਾ ਕੋਈ ਮੁੱਖ ਮੰਤਰੀ ਹੈ, ਚਾਹੇ ਕੋਈ ਮੰਤਰੀ ਹੈ, ਚਾਹੇ ਕੋਈ DC ਹੈ, ਸਭ ਨੂੰ ਪਤਾ ਹੈ ਕਿ ਕਲੈਕਟਰ ਇਹ ਨੇ, ਪੈਸਾ ਤਹਿਸੀਲਦਾਰ ਨੇ ਇਕੱਠਾ ਕਰਕੇ ਦੇਣਾ। ਜਦੋਂ ਵੀ ਕੋਈ ਸਰਕਾਰੀ ਕੰਮ ਹੋਣਾ ਹੈ ਤਾਂ ਉਸ ਦੇ ਵਿੱਚ ਉੱਪਰੋਂ ਘੁੰਮ ਘੁਮਾ ਕੇ ਸੂਈ ਆ ਕੇ ਤਹਿਸੀਲਦਾਰ ਤੇ ਖੜ ਜਾਣੀ ਹੈ ਕਿ ਆ ਸਰਕਾਰੀ ਖਰਚੇ ਨੇ, ਖਰਚਾ ਤੈਂ ਚੱਕਣਾ ਹੈ। ਉਸੇ ਤਰੀਕੇ ਨਾਲ ਥਾਣਿਆਂ ਦਾ, ਥਾਣੇ ਦੇ ਵਿੱਚ ਥਾਣੇ ਵਾਲਿਆਂ ਦਾ ਕੋਈ ਬਿੱਲ, ਕੋਈ ਸਿਸਟਮ, ਜਿਵੇਂ ਜਦੋਂ ਇੱਕ ਮੁਕੱਦਮਾ ਦਰਜ ਕੋਈ ਪੁਲਿਸ ਵਾਲਾ ਕਰਦਾ ਨਾ ਤਾਂ ਉਹਦਾ 3000 ਤੋਂ 5000 ਖਰਚਾ ਆਉਂਦਾ ਹੈ, ਪਰ ਉਹਨੂੰ ਖਰਚਾ ਕੋਈ ਨਹੀਂ ਦਿੱਤਾ ਜਾਂਦਾ। ਇਸੇ ਤਰੀਕੇ ਨਾਲ ਬਿਜਲੀ ਦੇ ਬਿੱਲ ਨੇ ਥਾਣਿਆਂ ਦੇ ਸਿਰ, ਕਿਸੇ ਦੇ 50000, ਕਿਸੇ ਦੇ ਲੱਖ, ਕਿਸੇ ਦੇ 5 ਲੱਖ, ਕਿਸੇ ਦੇ 8 ਲੱਖ, ਐਡੇ ਨੇ ਬਿੱਲ ਖੜੇ ਆ ਕਿਰਾਇਆ ਤੇ। ਸੋ ਉਸ ਮਾਮਲੇ 'ਚ ਹੁਣ ਪਹਿਲਾਂ ਜਿਹੜੀ ਹੁੰਦੀ ਸੀ ਜਿਹਨੂੰ ਆਪਾਂ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਕਹਿੰਦੇ ਸੀ, PSEB, ਪਰ ਹੁਣ ਪਿਛਲੇ ਸਮੇਂ 'ਚ ਇਹ ਪ੍ਰਾਈਵੇਟਾਈਜੇਸ਼ਨ ਹੋ ਗਈ ਸੀ, ਇਹ PSPCL ਬਣ ਗਈ ਸੀ, ਪੰਜਾਬ ਪਾਵਰ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ। ਹੁਣ ਜਦੋਂ ਪ੍ਰਾਈਵੇਟ ਹੱਥਾਂ 'ਚ ਗਈ ਤਾਂ ਪ੍ਰਾਈਵੇਟ ਹੱਥਾਂ ਨੇ ਤਾਂ ਉਗਰਾਹੀ ਕਰਨੀ ਹੈ ਜੀ, ਬਿਲਕੁਲ। ਉਹਨਾਂ ਨੇ ਉਗਰਾਹੀ, ਉਹਨਾਂ ਨੇ ਨਹੀਂ ਦੇਖਣਾ ਵੀ ਥਾਣੇ ਵਾਲਾ ਹੈ ਜਾਂ ਫਲਾਣਾ ਹੈ ਜਾਂ ਧਮਕਾ ਹੈ, ਉਹਨਾਂ ਨੇ ਤਾਂ ਆਪਣੇ ਪੈਸੇ ਪੂਰੇ ਕਰਨੇ ਆ। ਉਹਨਾਂ ਨੇ ਇਹਨਾਂ ਨੂੰ ਨੋਟਿਸ ਜਾਰੀ ਕੀਤੇ ਕਿ ਤੁਸੀਂ ਪੈਸੇ ਭਰੋ। ਥਾਣਿਆਂ ਨੂੰ ਐ ਵੀ ਅਸੀਂ ਥਾਣਾ ਜੀ, ਸਾਤੋਂ ਕੌਣ ਲੈ ਜੂ ਕੋਈ। ਸਹੀ ਹੈ। ਫਿਰ ਹਾਲਾਤ ਇਦਾਂ ਦੇ ਬਣ ਗਏ, ਸਖਤੀ ਹੋ ਗਈ, ਤਾਂ ਜਿਹੜੇ PSPCL ਵਾਲੇ ਕਰਮਚਾਰੀ ਨੇ ਅੱਕ ਕੇ ਉਹਨਾਂ ਨੇ ਕਈ ਥਾਣਿਆਂ ਦੇ ਮੀਟਰ ਕੱਟਤੇ। ਉਹਨਾਂ ਦੇ ਪੈ ਗਿਆ ਹਨੇਰਾ। ਹੁਣ ਪੁਲਿਸ ਦਾ ਹਨੇਰਾ ਪੈ ਜੇ ਫਿਰ ਪੁਲਿਸ ਕਿੱਥੇ ਬਰਦਾਸ਼ਤ ਕਰਦੀ ਹੈ। ਫਿਰ ਟਿਟ ਫੋਰ ਟੈਟ ਸ਼ੁਰੂ ਹੋ ਗਿਆ। ਫਿਰ ਪੁਲਿਸ ਨੇ ਕਿਹਾ ਵੀ ਸਾਡੇ ਵਾਲਾ ਤਾਂ ਹਨੇਰਾ ਹੋ ਗਿਆ, ਵੀ ਬਖਸ਼ਦੇ ਫਿਰ ਤੁਹਾਨੂੰ ਵੀ ਨਹੀਂ। ਹੁਣ ਉਹਨਾਂ ਹਾਲਾਤਾਂ 'ਚ ਪੁਲਿਸ ਨੇ ਪਟਿਆਲੇ ਦੇ ਵਿੱਚ ਖਾਸ ਤੌਰ ਤੇ, ਕਿਉਂਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਹੈ ਜਿਹੜੀ, ਇਹਦਾ ਹੈੱਡ ਆਫਿਸ ਪਟਿਆਲੇ ਦੇ ਵਿੱਚ ਹੈ। ਸੋ ਪੁਲਿਸ ਨੇ ਜਿੱਥੇ ਜਿੱਥੇ ਇਹਨਾਂ ਦੇ ਦਫ਼ਤਰ ਸੀ, ਚਾਹੇ ਹੈੱਡ ਆਫਿਸ ਸੀ, ਚਾਹੇ ਜ਼ੋਨਲ ਆਫਿਸ ਸੀ, ਚਾਹੇ ਡਿਵੀਜ਼ਨ ਵਾਲੇ ਆਫਿਸ ਸੀ, ਉੱਥੇ ਸਪੈਸ਼ਲ ਨਾਕੇਬੰਦੀ ਕੀਤੀ। ਫਿਰ ਘੇਰ ਕੇ ਉਹਨਾਂ ਦੇ ਚਲਾਨ ਕੱਟੇ। ਫਿਰ ਉਹਨਾਂ ਦਾ ਇੱਕ ਐਡੀਸ਼ਨਲ ਜਿਹੜਾ ਇੰਜੀਨੀਅਰ ਸੀਗਾ, ਉਹ ਕਾਰ ਦੇ ਵਿੱਚ ਆਪਣਾ ਕੱਪੜਾ ਬੰਨਿਆ ਹੋਇਆ ਨੱਕ ਤੇ, ਉਹ ਕਹਿੰਦੇ ਵੀ ਤੇਰੇ ਕੱਪੜਾ ਕਿਉਂ ਬੰਨਿਆ ਹੋਇਆ, ਵੀ ਤੇਰੇ ਉਹ ਜਿਹੜਾ ਆਪਾਂ ਲਾਉਨੇ ਹੁੰਦੇ ਆ ਮਾਸਕ ਕਿਉਂ ਨਹੀਂ ਲਾਇਆ ਹੋਇਆ। ਇਸ ਤਰ੍ਹਾਂ ਦੇ ਬਹਾਨੇ ਬਣਾ ਕੇ ਉਹਨਾਂ ਦੇ ਚਲਾਨ ਕੱਟੇ ਗਏ। ਸੋ ਇਹ ਸਾਰੀ ਚੀਜ਼ ਦੇ ਵਿੱਚ ਖਿੱਚੋਤਾਣੀ ਲਗਾਤਾਰ ਚੱਲ ਰਹੀ ਹੈ। ਹਾਲਾਂਕਿ ਖਬਰਾਂ ਕੁਝ ਇਸ ਤਰ੍ਹਾਂ ਦੀਆਂ ਆ ਰਹੀਆਂ ਨੇ ਕਿ ਨਹੀਂ ਜੀ ਕੁਝ ਆਪਸ ਵਿੱਚ ਬੈਠ ਕੇ ਇਹਨਾਂ ਦਾ ਸਮਝੌਤਾ ਹੋਇਆ, ਪਰ ਪੁਲਿਸ ਨੇ ਫਿਰ ਵੀ ਕਹਿੰਦੇ ਹੁੰਦੇ ਆ ਵੀ ਪੁਲਿਸ ਨਾਲ ਯਾਰੀ ਤੇ ਦੁਸ਼ਮਣੀ ਦੋਵੇਂ ਮਾੜੀਆਂ। ਸੋ ਇਸ ਕਰਕੇ ਜੇਕਰ ਉਹਨਾਂ ਦੀ ਬਿਜਲੀ ਕੱਟੀ ਸੀ ਤਾਂ ਬਿਜਲੀ ਵਾਲਿਆਂ ਨੂੰ ਹੁਣ ਭੁਗਤਣਾ ਪੈ ਰਿਹਾ ਹੈ। ਜਿੱਥੋਂ ਵੀ ਕੋਈ ਚਰਾਹੇ ਚੋਂ ਨਿਕਲਦੇ ਆ, ਜਿੱਥੋਂ ਕਿਤੇ ਉਹਨਾਂ ਨੂੰ ਸ਼ੱਕ ਪੈ ਜਾਂਦਾ ਫਿਰ ਬਿਜਲੀ ਵਾਲਾ, ਫਿਰ ਉਹਨਾਂ ਦੇ ਚਲਾਨ ਇਹ ਕੱਟਦੇ ਆ। ਇਹ ਅਕਸਰ ਪਹਿਲਾਂ ਵੀ ਹੁੰਦਾ ਰਿਹਾ। ਇਹ ਸਾਡੇ ਨਾਲ ਵੀ ਐਜ਼ ਏ ਪੱਤਰਕਾਰ ਦੇ ਤੌਰ ਤੇ ਮੇਰਾ ਜੀਵਨ ਉੱਥੇ ਰਿਹਾ ਜੀ। ਤਾਂ ਪੁਲਿਸ ਦਾ ਨਜ਼ਰੀਆ ਜਿਹੜੀਆਂ ਵੀ ਜਿੱਥੇ ਕੋਈ ਜਥੇਬੰਦੀਆਂ ਬਣੀਆਂ ਹੁੰਦੀਆਂ ਨੇ, ਜਿਹੜੀਆਂ ਜਿਨ੍ਹਾਂ ਨੂੰ ਐ ਹੁੰਦਾ ਸਾਡੇ ਪਿੱਛੇ ਬੰਦਾ ਬਹੁਤ ਹੈ ਤੇ ਇਹ ਇਸ ਤਰ੍ਹਾਂ ਦੇ ਕੰਮ ਕਰਦੀਆਂ ਨੇ। ਬਿਜਲੀ ਬੋਰਡ ਤਾਂ ਖਾਸ ਤੌਰ ਤੇ ਇਸ ਵਾਸਤੇ ਬੜਾ ਮਸ਼ਹੂਰ ਹੈ। ਸਾਡਾ ਇੱਕ ਜਰਨਲਿਸਟ ਉੱਥੇ ਕਵਰ ਕਰਨ ਗਿਆ ਤੇ ਉਸ ਕਵਰੇਜ ਦੇ ਵੇਲੇ ਬਿਜਲੀ ਬੋਰਡ ਨੇ ਉਸ ਵੇਲੇ ਇਹ ਐਲਾਨ ਕੀਤਾ ਸੀ, ਮਈ ਜੂਨ ਦਾ ਮਹੀਨਾ ਸੀ, ਕਿ ਬਿਜਲੀ ਦੀ ਖਪਤ ਬਹੁਤ ਹੋ ਰਹੀ ਹੈ, ਇਸ ਕਰਕੇ ਕੋਈ ਏਸੀ ਨਹੀਂ ਚਲਾਊਗਾ, ਕੋਈ ਵਾਧੂ ਲਾਈਟਾਂ ਨਹੀਂ ਚਲਾਊਗਾ ਦਿਨ ਦੇ ਵਿੱਚ। ਇਸ ਦਾ ਮਤਲਬ ਹੁੰਦਾ ਕਿ ਪੱਤਰਕਾਰਾਂ ਨੇ ਇਸ ਚੀਜ਼ ਨੂੰ ਕਵਰ ਕਰਨਾ। ਕੋਈ ਪੱਤਰਕਾਰ ਹਿੰਦੀ ਅਖਬਾਰ ਦਾ ਬਿਜਲੀ ਬੋਰਡ ਦੇ ਦਫ਼ਤਰ ਚਲਾ ਗਿਆ। ਹੁਣ ਉੱਥੇ ਏਸੀ ਵੀ ਚੱਲ ਰਹੇ ਨੇ, ਲਾਈਟਾਂ ਵੀ ਚੱਲ ਰਹੀਆਂ ਨੇ, ਪੱਖੇ ਵੀ ਖੁੱਲੇ ਛੱਡੇ ਹੋਏ ਨੇ, ਬੰਦਾ ਕੋਈ ਨਹੀਂ। ਜਦੋਂ ਉਹਨੇ ਫੋਟੋਆਂ ਖਿੱਚੀਆਂ ਤਾਂ ਫਿਰ ਬਿਜਲੀ ਮੁਲਾਜ਼ਮਾਂ ਨੇ ਉਹਦੇ ਹੱਥੀ ਪੈ ਗਏ, ਉਹਦੇ ਸੱਟਾਂ ਮਾਰੀਆਂ। ਉਸ ਤੋਂ ਬਾਅਦ ਜੋ ਪੱਤਰਕਾਰਾਂ ਤੇ ਉਹਨਾਂ ਦਾ ਬੜਾ ਕਲੈਸ਼ ਵੀ ਹੋਇਆ, ਬੜੀ ਚਰਚਾ ਹੋਈ ਸੀ ਇਸ ਖਬਰ ਦੀ। ਪਰ ਉਹ ਕਹਿੰਦੇ ਜੀ ਅਸੀਂ ਸਾਰਾ ਗ੍ਰਿਡ ਫੇਲ ਕਰ ਦਾਂਗੇ
ਤੇ ਪੱਤਰਕਾਰ ਕਹਿੰਦੇ ਵੀ ਅਸੀਂ ਤੁਹਾਡਾ ਬਿਜਲੀ ਬੋਰਡ ਤੇ ਤੁਹਾਨੂੰ ਫੇਲ ਕਰ ਦਾਂਗੇ। ਸੋ ਇਹ ਟਸ਼ਨਬਾਜ਼ੀ ਬੜੇ ਪੁਰਾਣੇ ਸਮੇਂ ਤੋਂ ਚੱਲ ਰਹੀ ਹੈ। ਜਿਹੜਾ ਇਸ ਵੇਲੇ ਵੀ ਆਹ ਜਿਹੜਾ ਕੁਝ ਚੱਲ ਰਿਹਾ ਹੈ ਇਹ ਉਸੇ ਦੌਰ ਦਾ ਇੱਕ ਹਿੱਸਾ ਹੈ ਜਿਹੜੀ ਚਰਚਾ ਆਪਾਂ ਇਸ ਵੇਲੇ ਕਰ ਰਹੇ ਜੀ ਬਿਲਕੁਲ। ਮੈਨੂੰ ਇਸ ਗੱਲ ਤੋਂ ਜਿਹੜੀ ਗੱਲ ਦਿਮਾਗ ਦੇ ਵਿੱਚ ਆਈ ਹੋਈ ਹੈ ਕਿ ਜਿਹੜਾ ਵੀ ਕੋਈ ਪਾਵਰਫੁਲ ਹੈ ਨਾ ਉਹ ਚਾਹੁੰਦਾ ਕਿ ਅਸੀਂ ਜੇ ਸਾਡੇ ਤੋਂ ਘੱਟ ਪਾਵਰ ਵਾਲਾ ਨਾ ਉਹਨੂੰ ਦਬਾ ਕੇ ਰੱਖੀਏ ਪੂਰੀ ਤਰ੍ਹਾਂ। ਬਸ ਜਿਹੜੀ ਸਾਡੀ ਪਾਵਰ ਹੈਗੀ ਆ ਉਹਦਾ ਇਸਤੇਮਾਲ ਅਸੀਂ ਕਰਨਾ ਹੀ ਆ, ਚਾਹੇ ਉਹ ਗਲਤ ਤਰੀਕੇ ਦੇ ਨਾਲ ਅਸੀਂ ਯੂਜ਼ ਕਰ ਰਹੇ ਹਾਂ ਪਰ ਅਸੀਂ ਯੂਜ਼ ਜ਼ਰੂਰ ਕਰਨਾ ਹੈ, ਦਬਕਾ ਜ਼ਰੂਰ ਮਾਰਨਾ ਹੈ ਆਪਦੇ ਤੋਂ ਨੀਵੇਂ। ਤੇ ਇਹ ਨਹੀਂ ਕਿ ਅਸੀਂ ਰਲ ਕੇ ਕੰਮ ਕਰੀਏ, ਅਸੀਂ ਕਾਨੂੰਨਾਂ ਦੇ ਹਿਸਾਬ ਦੇ ਨਾਲ ਕਰੀਏ, ਅਸੀਂ ਰੂਲਸ ਐਂਡ ਰੈਗੂਲੇਸ਼ਨ ਦੇ ਹਿਸਾਬ ਨਾਲ ਕਰੀਏ। ਚਲਾਨਾਂ ਦੀ ਤੁਸੀਂ ਗੱਲ ਕੀਤੀ ਸੀ, ਕਹਿੰਦੇ ਪੰਜਾਬ ਪੁਲਿਸ ਨੇ ਤਾਂ ਇੰਨਾ ਕੁ ਜ਼ਿਆਦਾ ਪੈਸੇ ਚਲਾਨ ਤੋਂ ਇਕੱਠੇ ਕਰ ਲਏ ਹੈਗੇ ਆ, ਪਰ ਉਹ ਜਿਹੜੇ ਚਲਾਨ ਤੋਂ ਇਕੱਠੇ ਕੀਤੇ ਉਹਦਾ ਕਰਨਾ ਕੀ ਆ ਉਹ ਨਹੀਂ ਹਜੇ ਉਹਨਾਂ ਨੇ ਦੱਸਿਆ, ਪਰ ਕਰੋੜਾਂ ਰੁਪਈਆ ਜਿਹੜਾ ਹੈਗਾ ਉਹਨਾਂ ਨੇ ਇਕੱਠਾ ਕਰ ਲਿਆ ਹੈਗਾ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਹੋਰ ਵੀ ਅੱਜ ਦੇ ਜਿਹੜੇ ਮਾਮਲੇ ਹੈਗੇ ਉਹਨਾਂ ਤੇ ਗੱਲਬਾਤ ਕਰਾਂਗੇ। ਬ੍ਰੇਕ ਲਾ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਆ। ਸਟ੍ਰੇਟ ਟਾਕ ਸਿੱਧੀ ਗੱਲ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੋ ਰਹੀ ਹੈ ਪੰਜਾਬ ਦੇ ਬਾਰੇ ਤੇ ਬ੍ਰੇਕ ਤੋਂ ਬਾਅਦ ਵੀ ਬਹੁਤ ਸਾਰੇ ਅਜਿਹੇ ਮੁੱਦੇ ਨੇ, ਖਬਰਾਂ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਹੋਵੇਗੀ। ਤੁਸੀਂ ਦੇਖਦੇ ਰਹੋ ਸਾਂਝਾ ਟੀਵੀ। ਰੁਕਦੇ ਹਾਂ ਕਮਰਸ਼ੀਅਲ ਬ੍ਰੇਕ ਦੇ ਲਈ। Welcome back after a short break. You are watching Straight Talk ਸਿੱਧੀ ਗੱਲ ਤੇ ਗੱਲਬਾਤ ਹੋ ਰਹੀ ਹੈ ਮਿਸਟਰ ਹਰਪ੍ਰੀਤ ਸਿੰਘ ਧਾਲੀਵਾਲ ਦੇ ਨਾਲ। ਸੋ ਮਿਸਟਰ ਧਾਲੀਵਾਲ, ਜਿਵੇਂ ਅਸੀਂ ਬ੍ਰੇਕ ਤੋਂ ਪਹਿਲਾਂ ਪੰਜਾਬ ਦੇ ਬਾਰੇ ਗੱਲ ਕੀਤੀ ਹੈ ਤਾਂ SGPC ਨੇ ਜੋ ਹੁਣ ਕਾਰਵਾਈ ਕੀਤੀ ਆ ਉਹਨਾਂ ਦੇ ਜੋ ਗਿਆਨੀ ਹਰਪ੍ਰੀਤ ਸਿੰਘ ਆ ਉਹਨਾਂ ਨੇ ਪਹਿਲਾਂ ਤਾਂ ਸਾਰੀ 5 ਜਿਹੜੇ ਸਿੰਘ ਸੀਗੇ ਉਹਨਾਂ ਨੇ ਰਲ ਕੇ ਫੈਸਲੇ ਸੁਣਾਏ। ਉਹਨਾਂ ਨੇ ਕਾਫੀ ਫੈਸਲੇ ਸੁਣਾਏ ਹੈਗੇ ਆ। ਉਹਦੇ ਵਿੱਚੋਂ ਪਹਿਲਾ ਫੈਸਲਾ ਜੇ ਅਸੀਂ ਸਰੀ ਦੀ ਗੱਲ ਕਰ ਲਈਏ ਤਾਂ ਸਰੀ ਦੇ ਵਿੱਚ ਜਿਹੜੀਆਂ ਬੀੜਾਂ ਛਪੀਆਂ ਸੀਗੀਆਂ ਉਹਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਉਹ ਬੀੜਾਂ ਜਿਹੜੀਆਂ ਹੈਗੀਆਂ ਉਹਨੂੰ ਜਿਹੜਾ ਹਵਾਲੇ ਕੀਤਾ ਜਾਵੇ, ਜਿਹੜਾ ਡੈਲਤਾ ਗੁਰੂ ਘਰ ਆ ਉਹਦੇ। ਤੇ ਨਾਲ ਰਿਪੂ ਦਮਨ ਸਿੰਘ ਤੇ ਜਿਹੜੇ ਬਲਵੰਤ ਸਿੰਘ ਆ ਉਹਨਾਂ ਦੇ ਨੂੰ ਕਿਹਾ ਹੈਗਾ ਉਹਨਾਂ ਨੇ ਕਿ ਉਹ ਦੁਬਾਰਾ ਛਪਾ ਨਹੀਂ ਸਕਦੇ, ਛਪਾਈ ਦਾ ਸਾਰਾ ਸਮਾਨ ਉਹਨਾਂ ਨੂੰ ਗੁਰਦੁਆਰਾ ਸਾਹਿਬ ਨੂੰ ਦੇਣਾ ਪਵੇਗਾ। ਤੇ ਨਾਲ ਉਹਨਾਂ ਨੇ ਕਿਹਾ ਕਿ ਜਿਹੜੇ ਗ੍ਰੰਥ ਸਾਹਿਬ ਦੀ ਛਪਾਈ ਹੋਈ ਆ, ਜਿਹੜੇ ਕੋਈ ਗਿਆਨੀ ਹੈਗੇ ਨੇ ਉਹ ਪੜ੍ਹਨ ਪੂਰਾ 6 ਮਹੀਨਿਆਂ ਦੇ ਵਿੱਚ ਰਿਪੋਰਟ ਵੀ ਜਿਹੜੀ ਉਹ ਦੇਣ। ਤੇ ਨਾਲ ਉਹਨਾਂ ਨੇ ਉਸ ਤੋਂ ਬਾਅਦ ਉਸ ਤੋਂ 2-3 ਦਿਨ ਦੇ ਬਾਅਦ ਇੱਕ ਫੇਰ ਫੈਸਲਾ ਲਿਆ, ਜਿਹੜੇ 267 ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਸੀ ਜਿਹੜੀਆਂ ਮਿਸਿੰਗ ਹੈਗੀਆਂ, ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਹੈਗਾ, ਉਹਦੇ ਬਾਰੇ ਵੀ ਉਹਨਾਂ ਨੇ ਵੱਡੀ ਕਾਰਵਾਈ ਕੀਤੀ ਹੈ। ਬਹੁਤ ਸਾਰੇ ਸਸਪੈਂਸ਼ਨਸ ਦਿੱਤੀਆਂ ਨੇ ਉਹਨਾਂ ਨੇ, ਬਹੁਤ ਸਾਰੇ ਲੋਕ ਡਿਸਮਿਸ ਵੀ ਕੀਤੇ ਨੇ। ਕੀ ਹੈ ਪੂਰੀ ਖਬਰ ਉਹ? ਅਰਸ਼ੀ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ 267 ਬੀੜਾਂ ਤੇ ਦੂਜੇ ਪਾਸੇ ਜਿਹੜਾ ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਸਰੀ ਦੇ ਵਿੱਚ ਜਿਹੜੇ ਇੱਕ ਧਾਰਮਿਕ ਸੰਸਥਾ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਛਪਵਾਈ ਕੀਤੀ ਜਾ ਰਹੀ ਸੀ ਜੀ। ਦੇਖੋ, ਇਹ ਤਾਂ ਗੱਲ ਨੋ ਡਾਊਟ ਹੈ ਕਿ ਇਹਦੇ ਵਿੱਚ ਸਖਤੀ ਹੋਣੀ ਲਾਜ਼ਮੀ ਹੈ, ਹੋਣੀ ਵੀ ਚਾਹੀਦੀ ਹੈ ਜੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਕੋਈ ਛੋਟੀ ਮੋਟੀ ਕੋਈ ਵੈਸੇ ਤਾਂ ਹੈ ਨਹੀਂ, ਕੋਈ ਗ੍ਰੰਥ ਕੋਈ ਹੈ ਨਹੀਂ, ਆਮ ਕੋਈ ਗ੍ਰੰਥ ਨਹੀਂ, ਨਾ ਕੋਈ ਵੈਸੇ ਕੋਈ ਆਪਣੀ ਐਜੂਕੇਸ਼ਨ ਯੂਨੀਵਰਸਿਟੀ ਦੀ ਕੋਈ ਕਿਤਾਬ ਹੈ ਜਿਹੜੀ ਮਰਜ਼ੀ ਜਿੱਥੋਂ, ਉਹ ਵੀ ਪਬਲਿਕੇਸ਼ਨ ਦੇ ਰਾਈਟਸ ਹੁੰਦੇ ਆ। ਜਿੱਥੇ ਧਰਮ ਨੂੰ, ਬਾਣੀ ਨੂੰ ਅਸੀਂ ਇੱਕ ਇਲਾਹੀ ਬਾਣੀ ਦੇ ਰੂਪ 'ਚ ਆਪਣੀ ਜੀਵਨ 'ਚ ਲੈਂਦੇ ਆ, ਉੱਥੇ ਤਾਂ ਇੱਕ ਬਿਹਾਰੀ ਟਿੱਪੀ ਨੂੰ ਵੀ ਅਸੀਂ ਬਹੁਤ ਵੱਡੀ ਗਲਤੀ ਮੰਨਦੇ ਆ। ਫਿਰ ਜਦੋਂ ਇੱਕ ਆਥੋਰਾਈਜ਼ ਸੰਸਥਾ ਜਿਹੜੀ ਅਸੀਂ ਬਣਾਈ ਹੈ ਕਿ ਇਹੀ ਇਹਦੀ ਛਪਾਈ ਕਰੂਗੀ, ਇਸ ਤੋਂ ਬਿਨਾਂ ਕੋਈ ਨਹੀਂ ਕਰ ਸਕਦਾ ਔਰ ਕਰਨੀ ਵੀ ਨਹੀਂ ਚਾਹੀਦੀ। ਫਿਰ ਜਿਹੜਾ ਤੁਹਾਡੇ ਇੱਥੇ ਸਰੀ ਦੇ ਵਿੱਚ ਜਿਹੜਾ ਹੋਇਆ ਉਹ ਬੜਾ ਹੈਰਾਨੀਜਨਕ ਸੀ ਕਿ ਉਹ ਸੰਸਥਾ ਨੇ ਇਸ ਤਰ੍ਹਾਂ ਦਾ ਫੈਸਲਾ ਕਿਉਂ ਲਿਆ, ਕੀ ਉਹਨਾਂ ਦਾ ਕਾਰਨ ਸੀ, ਕੀ ਇਹ ਤਾਂ ਹੁਣ ਜਾਂਚ ਪੜਤਾਲ 'ਚ ਜਿਹੜੀ ਅੱਗੇ ਗੱਲਬਾਤ ਹੋਊਗੀ ਫਿਰ ਪਤਾ ਲੱਗੂਗਾ ਕਿ ਉਹਨਾਂ ਦੀ ਮਨਸਾ ਕੀ ਸੀ, ਜਾਂ ਫਿਰ ਉਹਨਾਂ ਨੇ ਇਸ ਗੱਲੋਂ ਕੋਈ ਮਨਸਾ ਉਹਨਾਂ ਦੀ ਖਰਾਬ ਨਹੀਂ ਸੀ, ਕਿਉਂ ਉਹਨਾਂ ਨੇ ਸ਼ੁਰੂਆਤ ਕੀਤੀ, ਆਖਰ ਉਹ ਫਿਰ ਸਾਰੇ ਦਾ ਸਾਰਾ ਮਸਲਾ ਇੱਥੇ ਵਾਲਾ ਤਾਂ ਗਿਆ ਸੁਲਝ। ਹੁਣ ਗੱਲ ਇਹ ਹੈ ਕਿ ਉੱਥੇ ਜਿਹੜੀਆਂ 267 ਜਿਹੜੀਆਂ ਬੀੜਾਂ ਨੇ ਉਹ ਇੱਕ ਅਲੱਗ ਮਸਲਾ ਹੈ ਜਿਹੜਾ ਅੰਤਰਿੰਗ ਕਮੇਟੀ ਦੇ ਵਿੱਚ ਵਿਚਾਰਿਆ ਗਿਆ, ਜਿਹੜਾ ਅਕਾਲ ਤਖਤ ਦੇ ਜਥੇਦਾਰ ਨੇ ਇਹ ਹੁਕਮ ਜਾਰੀ ਕੀਤਾ ਸੀ ਵੀ ਹਾਂਜੀ ਇਸ ਮਾਮਲੇ 'ਚ ਇੱਥੇ ਭੇਜਿਆ ਜਾਵੇ, ਇਹਨਾਂ ਨੂੰ ਇੱਕ ਗੁਰਦੁਆਰਾ ਸਾਹਿਬਾਨ ਦੇ ਵਿੱਚ ਸ਼ੋਭਿਤ ਕੀਤਾ ਜਾਵੇ ਮਾਣ ਸਤਿਕਾਰ ਦੇ ਨਾਲ। ਹੁਣ ਜਿਹੜਾ ਅੰਤਰਿੰਗ ਕਮੇਟੀ ਦੀ ਮੀਟਿੰਗ ਹੋਈ ਹੈ, ਅੰਤਰਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਨਾਲ ਉਹਨਾਂ ਦੇ ਜਿਹੜੇ ਜਸਜੀਤ ਸਿੰਘ ਹੋਣੀ ਨੇ ਜਾਂ ਦੂਸਰੇ ਜਿੰਨੇ ਵੀ ਉੱਥੇ ਹੈਗੇ ਆ ਨਾਲ, ਰਜਿੰਦਰ ਮਹਿਤੇ ਹੋਣੀ, ਉਹਨਾਂ ਨੇ ਸਾਰੀ ਇੱਕ ਅੰਤਰਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਜੀ, ਕਿਉਂਕਿ ਪਿਛਲੇ ਸਮੇਂ ਤੁਹਾਨੂੰ ਯਾਦ ਹੋਣਾ ਕਿ 267 ਬੀੜਾਂ ਦਾ ਬੜਾ ਚਰਚਾ ਚੱਲੀ ਕਿ 267 ਬੀੜਾਂ, ਹਾਲਾਂਕਿ ਪਹਿਲਾਂ ਪਤਾ ਹੀ ਨਹੀਂ ਸੀ ਵੀ 267 ਬੀੜਾਂ ਨੇ। ਹੁਣ ਜਦੋਂ ਜਾਂਚ ਰਿਪੋਰਟ ਦੇ ਵਿੱਚ ਜਦੋਂ ਉਸ ਮਾਮਲੇ ਦੇ SCPC ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣ ਲੱਗੀ, SCPC ਦੇ ਪੱਲੇ ਕੁਝ ਨਹੀਂ ਸੀ, ਫਿਰ ਉਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਵਰਤਿਆ ਵਿੱਚ
ਕਿ ਜੀ ਜਥੇਦਾਰ ਸਾਹਿਬ ਜਿਹੜੀ ਮਰਜ਼ੀ ਜਾਂਚ ਪੜਤਾਲ ਕਰਾ ਦੇਣ, ਕੋਈ ਜੱਜ ਲਾ ਦੇਣ। ਜੀ ਫਿਰ ਉਹਨਾਂ ਨੇ ਇੱਕ ਜੱਜ ਨਿਯੁਕਤ ਕੀਤੀ ਬੀਬੀ, ਪਰ ਉਹ ਬੀਬੀ ਨੇ ਆਉਣ ਸਾਰੀ ਕਹਿਤਾ ਮੈਂ ਨਹੀਂ ਕਰਨਾ ਹੈ, ਜੀ ਬਿਲਕੁਲ, ਕਿਉਂਕਿ ਉਹਨੂੰ ਲੱਗਦਾ ਸੀ ਵੀ ਮੇਰੇ ਤੋਂ ਹੋਰ ਤਰੀਕੇ ਨਾਲ ਕਰਾਉਣਾ ਚਾਹੁੰਦੇ ਆ। ਫਿਰ ਇੱਕ ਵਕੀਲ ਸੀ, ਵਕੀਲ ਨੂੰ ਇਹ ਜੱਜ ਬਣਾਇਆ ਗਿਆ ਈਸ਼ਰ ਸਿੰਘ ਨੂੰ, ਉਹ ਤੋਂ ਜਾਂਚ ਪੜਤਾਲ ਕਰਾਈ ਗਈ। ਹੁਣ ਉਹ ਜਾਂਚ ਪੜਤਾਲ ਅੰਤਰਿਮ ਕਮੇਟੀ ਦੇ ਕੋਲ ਪਹੁੰਚੀ ਹੈ। ਉਸ ਕਮੇਟੀ ਦੇ ਵਿੱਚ ਜਿਹੜੀ 267 ਬੀੜਾਂ ਦੀ ਗੱਲ ਚੱਲਦੀ ਸੀ, ਉਹ ਵੱਧ ਕੇ 328 ਬੀੜਾਂ ਹੋ ਗਈ ਵਾਓ, ਜਿਹੜੀ ਉਹਨਾਂ ਨੇ ਕਹੀ। ਜੀ ਔਰ ਉਸ ਦੇ ਵਿੱਚ ਹੁਣ ਐਸਸੀਪੀਸੀ ਦੇ ਪ੍ਰਧਾਨ ਨੇ ਫੈਸਲਾ ਤਾਂ ਦੇਖਣ ਨੂੰ ਐ ਲੱਗਦਾ ਵੀ ਬੜਾ ਸਖਤ ਲਿਆ ਹੈ, ਉਹ ਲੈਣਾ ਵੀ ਚਾਹੀਦਾ ਸੀ। ਖਾਸ ਤੌਰ ਤੇ ਜਿਹੜਾ ਕਮਲਜੀਤ ਸਿੰਘ ਸੀ, ਜਿਹੜਾ ਸੁਪਰਡੈਂਟ ਸੀ, ਜਿਹੜਾ ਸੁਪਰਵਾਈਜ਼ਰ ਸੀ, ਜੀ ਜੀ ਉਹ ਜਿੱਥੇ ਸਰੂਪ ਸਾਡੇ ਦੀ ਛਪਾਈ ਹੁੰਦੀ ਸੀ, ਜਦੋਂ ਉਹਦੀ ਰਿਟਾਇਰਮੈਂਟ ਹੋ ਗਈ ਸੀ, ਰਿਟਾਇਰਮੈਂਟ ਤੋਂ ਬਾਅਦ ਹੀ ਅਸਲੇ ਸਾਰਾ ਮਸਲਾ ਖੁੱਲਿਆ। ਜਦੋਂ ਉਹ ਰਿਟਾਇਰਮੈਂਟ ਹੋਈ, ਜਦੋਂ ਅਗਲੇ ਨੇ ਚਾਰਜ ਲੈਣਾ ਸੀ, ਉਹਨੇ ਉਹਨੂੰ ਕਿਹਾ ਕਿ 267 ਬੀੜਾਂ ਪੂਰੀਆਂ ਕਰਕੇ ਦੇ। ਉਹ ਕਹਿੰਦਾ ਜੀ ਮੇਰੇ ਰਿਕਾਰਡ 'ਚ ਹਨ ਨਹੀਂ, ਮਾਫ ਕਰਨਾ। ਤੇ ਉਦੋਂ ਆ ਕੇ ਜਦੋਂ ਉਹਦੇ ਪੈਸੇ ਰੋਕੇ ਗਏ, ਉਹਨੇ ਫਿਰ ਆ ਕੇ ਬਾਹਰ ਰੌਲਾ ਪਾਇਆ ਵੀ ਇੱਥੇ ਮੇਰਾ ਕੋਈ ਲੈਣ ਦੇਣ ਨਹੀਂ ਸੀ ਜੀ। ਇਹ ਤਾਂ ਜਦੋਂ 2016 ਦੇ ਵਿੱਚ ਗੁਰੂ ਘਰ ਦੇ ਵਿੱਚ ਅੱਗ ਲੱਗੀ, ਉਸ ਦੇ ਵਿੱਚ ਨੁਕਸਾਨ 14 ਬੀੜਾਂ ਦਾ ਨਹੀਂ ਸੀ ਹੋਇਆ, 80 ਬੀੜਾਂ ਦੇ ਕਰੀਬ ਹੋਇਆ ਸੀ। ਫਿਰ ਲੋਕਾਂ ਨੂੰ ਪਤਾ ਲੱਗਿਆ, ਫਿਰ ਇਹ ਵੀ ਲੋਕਾਂ ਨੂੰ ਪਤਾ ਲੱਗਿਆ ਕਿ ਇਹਨੂੰ ਰੋਕਣ ਵਾਸਤੇ ਕਿਹਦੇ ਹੁਕਮ ਆਏ ਸੀ ਵੀ ਇਹਦੇ ਬਾਹਲਾ ਰੌਲਾ ਨਾ ਪੈਣ ਦਿਓ। ਫਿਰ ਉਹਨਾਂ ਬੀੜਾਂ ਦੇ ਵਿੱਚ ਕੀ ਉਹਨਾਂ ਦਾ ਪੂਰਨ ਰੂਪ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ, ਕੀ ਪਛਤਾਪ ਦੇ ਭੋਗ ਪਾਏ ਗਏ, ਇਹ ਸਵਾਲ ਫਿਰ ਖੜੇ ਹੋਏ। ਹੁਣ ਇਹਨਾਂ ਨੇ ਜਿਹੜਾ ਗੋਂਗਲੂਆਂ ਤੋਂ ਮਿੱਟੀ ਝਾੜੀ ਹੈ, ਜੀ ਇਹ 'ਚ ਦੇਖਣ ਨੂੰ ਤਾਂ ਐਂ ਲੱਗਦਾ ਕਿ ਬਹੁਤ ਵੱਡੀ ਕਾਰਵਾਈ ਕਰਤੀ ਹੈ ਐਸਸੀਪੀਸੀ ਨੇ, ਜਿਹਦੇ ਵਿੱਚ ਹੁਣ ਲੌਂਗੋਵਾਲ ਸਾਹਿਬ ਦੀ ਅਗਵਾਈ ਦੇ ਵਿੱਚ ਪਹਿਲਾਂ ਤਾਂ ਕਮਲਜੀਤ ਸਿੰਘ, ਉਹਨਾਂ ਨੂੰ ਕਿਹਾ ਗਿਆ ਸੀ ਕਿ ਉਹਨਾਂ ਦੇ ਪੈਸੇ ਰੋਕ ਲਏ ਜਾਣ, ਉਹਨਾਂ ਤੋਂ ਭਰਪਾਈ ਕਰਾਈ ਜਾਵੇ, ਉਹਨਾਂ ਦੇ ਖਿਲਾਫ ਫੌਜਦਾਰੀ ਕੇਸ ਵੀ ਦਰਜ ਕੀਤਾ ਜਾਵੇ। ਫਿਰ ਉੱਥੇ ਇੱਕ ਨਾਲ ਉਹਨਾਂ ਦੇ ਕਲਰਕ ਸੀ ਬਾਜ ਸਿੰਘ ਨੂੰ ਵੀ ਡਿਸਮਿਸ ਕੀਤਾ ਗਿਆ। ਡਿਸਮਿਸ ਕਰਕੇ ਉਸ ਦੇ ਖਿਲਾਫ ਵੀ ਫੌਜਦਾਰੀ ਕੇਸ ਦੀ ਉਹਨਾਂ ਨੇ ਗੱਲ ਕੀਤੀ ਹੈ। ਫਿਰ ਇੱਕ ਮੀਤ ਸਕੱਤਰ ਸੀ ਜਿਹੜਾ ਇਸ ਸਾਰੀ ਚੀਜ਼ ਦੇ ਵਿੱਚ ਸੀ, ਉਹਨੂੰ ਵੀ ਡਿਸਮਿਸ ਕੀਤਾ। ਡਿਸਮਿਸ ਕਰਕੇ ਉਸ ਦੇ ਖਿਲਾਫ ਵੀ ਫੌਜਦਾਰੀ ਕੇਸ ਦੀ ਇਹ ਗੱਲ ਕੀਤੀ ਉਹਨਾਂ ਨੇ। ਫਿਰ ਹੈਲਪਰ ਸੀ ਦਲਵੀਰ ਸਿੰਘ ਨੂੰ ਵੀ ਡਿਸਮਿਸ ਕਰਕੇ ਉਸ ਦੇ ਖਿਲਾਫ ਵੀ ਫੌਜਦਾਰੀ ਕੇਸ ਦੀ ਇਹਨਾਂ ਨੇ ਅਰਸ਼ੀ ਗੱਲ ਕੀਤੀ ਆ। ਜੀ ਬਿਲਕੁਲ। ਫਿਰ ਜਿਲਦ ਸਾਜ ਜਿਨ੍ਹਾਂ ਨੂੰ ਇਹ ਠੇਕਾ ਦਿੱਤਾ ਗਿਆ ਸੀ, ਉਹਨਾਂ ਦਾ ਠੇਕਾ ਰੱਦ ਕੀਤਾ ਗਿਆ। ਠੇਕਾ ਰੱਦ ਕਰਕੇ ਕਿਹਾ ਗਿਆ ਕਿ ਉਹਨਾਂ ਤੋਂ ਇਹ ਸਾਰੇ ਦਾ ਸਾਰਾ ਸੀ, ਸਾਰੀ ਕੰਪਨੀ ਤੋਂ ਅਸੀਂ ਸਾਰਾ ਵਾਪਸ ਲੈਂਦੇ ਹਾਂ। ਹੁਣ ਪ੍ਰਮੁੱਖ ਸਕੱਤਰ ਸੀ ਜਿਹੜੀ ਦੇਖਣ ਵਾਲੀ ਗੱਲ ਸੀ ਡਾਕਟਰ ਰੂਪ ਸਿੰਘ, ਉਹਨਾਂ ਨੇ ਅਸਤੀਫਾ ਦਿੱਤਾ। ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ। ਇਹ ਵੀ ਦੋਸ਼ ਲਾਇਆ ਗਿਆ ਕਿ ਪੁਰਾਣੇ ਜਿਹੜੇ ਹਰਚਰਨ ਸਿੰਘ ਸੀਗੇ ਪ੍ਰਮੁੱਖ ਸਕੱਤਰ, ਜਿਹੜੇ ਪਹਿਲਾਂ 3 ਲੱਖ ਦੀ ਤਨਖਾਹ ਤੇ ਆਏ ਸੀ, ਵੀ ਜੀ ਉਹਨਾਂ ਦੀ ਵੀ ਅਣਗਹਿਲੀ ਹੈ, ਉਹਨਾਂ ਦੇ ਖਿਲਾਫ ਵੀ ਜਾਂਚ ਪੜਤਾਲ ਕਾਰਵਾਈ ਹੋਣੀ ਚਾਹੀਦੀ ਹੈ। ਇਸ ਤੋਂ ਵੀ ਵੱਡੀ ਗੱਲ ਇੱਕ ਹੋਰ ਸੀ, ਉਹ ਸੀ ਕਿ ਦਿੱਲੀ ਦਾ ਇੱਕ ਸੀਏ ਸੀ ਐਸਐਸ ਕੋਹਲੀ। ਐਸਐਸ ਕੋਹਲੀ ਦੇ ਕਿਹਾ ਗਿਆ ਕਿ ਉਹਨੇ ਜਿਹੜੀ ਆਡਿਟ ਕਰਨੀ ਹੁੰਦੀ ਹੈ, ਉਹਦੀਆਂ ਆਡਿਟ ਦੇ ਵਿੱਚ ਖਾਮੀਆਂ ਨੇ, ਇਸ ਕਰਕੇ ਉਸ ਦਾ ਜਿਹੜਾ ਆਡਿਟ ਕਰਨ ਦਾ ਸਾਰੇ ਦਾ ਸਾਰਾ ਕੰਮ ਉਹ ਤੋਂ ਵਾਪਸ ਲਿਆ ਜਾਂਦਾ ਜੀ, ਔਰ ਉਸ ਤੋਂ 75% ਦੀ ਰਕਮ ਵਾਪਸ ਲਈ ਜਾਊਗੀ। ਹੁਣ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਗੁਰਦੁਆਰਾ ਸਾਹਿਬ ਦਾ ਪ੍ਰਬੰਧ, ਲੋਕਾਂ ਦੀ ਪੈਸਾ, ਉਹਨੂੰ ਆਡਿਟ ਕਰਨ ਵਾਸਤੇ ਜਿਹੜੇ ਐਸਐਸ ਕੋਹਲੀ ਸਾਹਿਬ ਸੀ, ਇਹ ਲਗਭਗ 9 ਲੱਖ ਰੁਪਇਆ ਮਹੀਨੇ ਦਾ ਚਾਰਜ ਕਰਦੇ ਸੀ ਇਹ, ਔਰ ਕਰੋੜ ਦੇ ਕਰੀਬ ਰੁਪਇਆ ਇਹਨਾਂ ਦਾ ਸੀ। ਪਤਾ ਲੱਗਿਆ ਕਿ ਇਹ ਐਸਸੀਪੀਸੀ ਕੁਝ ਕਾਲਜਾਂ ਦਾ, ਔਰ ਖਾਸ ਤੌਰ ਤੇ ਵੱਡਾ ਘਰਾਣਾ ਜਿਹੜਾ ਐਸਸੀਪੀਸੀ ਨੂੰ ਕੰਟਰੋਲ 'ਚ ਰੱਖਦਾ ਹੈ, ਜਿਨ੍ਹਾਂ ਦੇ ਖੀਸੇ 'ਚੋਂ ਨਿਕਲਿਆ ਹੋਇਆ ਇੱਕ ਪੱਤਰ ਐਸਸੀਪੀਸੀ ਦਾ ਪ੍ਰਧਾਨ ਬਣਾਉਂਦਾ, ਅਕਾਲ ਤਖਤ ਦਾ ਜਥੇਦਾਰ ਬਣਾਉਂਦਾ, ਇਹ ਉਹਨਾਂ ਦੇ ਇੱਕ ਇਸ਼ਾਰੇ ਨਾਲ ਅਕਾਲ ਤਖਤ ਦਾ ਜਥੇਦਾਰ ਉਤਰਦਾ। ਇਹ ਕੋਹਲੀ ਉਹਨਾਂ ਦਾ ਵੀ ਸਾਰਾ ਜਿੰਨੀ ਵੀ ਕਾਰੋਬਾਰ ਨੇ, ਉਹਨਾਂ ਦੇ ਮਹਿਲ ਮੁਨਾਰੇ ਜਿਹੜੇ ਉਹਨਾਂ ਨੇ ਪਾਏ ਨੇ, ਉਹ ਵੀ ਇਹੀ ਦੇਖਦਾ। ਹੁਣ ਇਹ ਸਾਰੇ ਦੇ ਸਾਰੇ ਤਾਂ ਗੱਲ ਕਰ ਦਿੱਤੀ ਗਈ ਸੌਰੀ। ਹੁਣ ਇਹ ਜਿੱਥੇ ਅੰਗੀਠਾ ਸਾਹਿਬ ਸੀ, ਜਿੱਥੇ ਜਾ ਕੇ ਸੰਸਕਾਰ ਹੋਣੇ ਸੀ, ਉੱਥੋਂ ਦਾ ਇੱਕ ਸੇਵਾਦਾਰ ਸੀ, ਉਹਨੂੰ ਵੀ ਜੀ ਮੁਅੱਤਲ ਕਰਤਾ, ਉਹਨੂੰ ਡਿਸਮਿਸ ਕਰ ਦਿੱਤਾ ਗਿਆ। ਹੁਣ ਇਹ ਸਾਰੀਆਂ ਚੀਜ਼ਾਂ 'ਚ ਅਰਸ਼ ਜੀ ਦੇਖਣ ਵਾਲੀ ਗੱਲ ਇਹ ਹੈ ਕਿ ਪ੍ਰਮੁੱਖ ਆ ਤਾਂ ਥੱਲੇ ਵਾਲੇ ਤਾਂ ਝਾੜਤੇ ਜੀ, ਤੁਸੀਂ ਫਲਾਣਾ ਕਰਤਾ, ਧਮਕਾ ਕਰਤਾ, ਪਰ ਜਿਨ੍ਹਾਂ ਦੇ ਇਸ਼ਾਰਿਆਂ ਤੇ ਸਾਰਾ ਕੁਝ ਹੁੰਦਾ ਹੈ, ਕਿ ਅੰਤਰਿਮ ਕਮੇਟੀ ਜਿਹੜੀ ਉੱਥੇ ਬੈਠੀ ਹੈ, ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਸੀ ਹੋਣੀ ਚਾਹੀਦੀ, ਜਾਂ ਫਿਰ ਜਿਨ੍ਹਾਂ ਦੇ ਹੁਕਮਾਂ ਦੇ ਨਾਲ ਬਿਨਾਂ ਪੁੱਛੇ ਤੋਂ, ਬਿਨਾਂ ਰਿਕਾਰਡ ਤੋਂ ਗੁਰੂ ਗ੍ਰੰਥ ਸਾਹਿਬ ਬਾਹਰ ਜਾ ਰਹੇ ਸੀ, ਕਿ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੋਣੀ ਚਾਹੀਦੀ। ਇਸੇ ਤਰ੍ਹਾਂ ਦੀ ਘਟਨਾ ਪੁਰਾਣੀ ਮੈਨੂੰ ਯਾਦ ਹੈ, ਮੈਂ ਸਪੋਕਸਮੈਨ ਅਖਬਾਰ 'ਚ ਉਦੋਂ ਕੰਮ ਕਰਦਾ ਸੀ। ਦਿੱਲੀ ਤੋਂ ਇੱਕ ਗੁਰਚਰਨ ਸਿੰਘ ਬੱਬਰ ਨੇ, ਉਹ ਜਰਨਲਿਸਟ ਨੇ, ਸਿਆਣੇ ਬੰਦੇ ਨੇ,
ਉਹਨਾਂ ਨੇ ਮੈਨੂੰ ਇੱਕ ਵਾਰੀ ਵੱਡੀ ਫੋਟੋਆਂ ਭੇਜੀਆਂ ਤੇ ਮੇਰੀ ਉਹ ਫਿਰ ਫਰੰਟ ਤੇ ਸਟੋਰੀ ਲੱਗੀ ਸੀ। ਉਸ ਦੇ ਵਿੱਚ ਇਹ ਖਬਰ ਆਈ ਸੀ ਕਿ ਗਿਆਨੀ ਗੁਰਬਚਨ ਸਿੰਘ ਦੇ ਇਸ਼ਾਰੇ ਤੇ ਜਿਹੜਾ ਅਕਾਲ ਤਖਤ ਦਾ ਜਥੇਦਾਰ ਸੀ, ਦਿੱਲੀ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕੰਟੇਨਰ 'ਚ ਪਾ ਕੇ ਬਾਹਰ ਭੇਜੇ ਜਾ ਰਹੇ ਸੀ। ਜਦੋਂ ਨੌਜਵਾਨਾਂ ਨੂੰ ਪਤਾ ਲੱਗਿਆ, ਸ਼ਾਇਦ ਗੁਰਦੁਆਰਾ ਮਜਨੂ ਕਾ ਟੀਲਾ ਦੇ ਕੋਲ ਦੀ ਗੱਲ ਸੀ, ਨੌਜਵਾਨਾਂ ਨੇ ਆ ਕੇ ਕੰਟੇਨਰ ਘੇਰ ਲਿਆ। ਜਦੋਂ ਕੰਟੇਨਰ ਘੇਰਿਆ ਤੇ ਇਹਨੇ ਭਜਾਇਆ, ਉਹ 'ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਰੇ ਸੀ ਕੁਛ। ਸੋ ਇਹ ਸਾਰੀਆਂ ਚੀਜ਼ਾਂ ਜਿਹੜੇ ਲੋਕ ਮੇਨ ਜ਼ਿੰਮੇਵਾਰ ਨੇ, ਇਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ? ਤੁਸੀਂ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਕੋਈ ਸੇਵਾਦਾਰ ਜੀ, ਕੋਈ ਸਕੱਤਰ ਜੀ, ਕੋਈ ਕਲਰਕ ਜੀ, ਉਹ ਤਾਂ ਸਾਰੇ ਤੁਸੀਂ ਮਤਲਬ ਉਹਨਾਂ ਦੀ ਬਲੀ ਦੇ ਦਿੱਤੀ। ਜਿਨ੍ਹਾਂ ਦੀ ਬਲੀ ਦੇਣੀ ਚਾਹੀਦੀ ਸੀ ਜਾਂ ਜਿਨ੍ਹਾਂ ਨੂੰ ਇਸ ਗੱਲ ਦੇ ਵਿੱਚ ਜਿਹੜੇ ਜ਼ਿੰਮੇਵਾਰ ਨੇ ਸਿੱਧੇ ਰੂਪ 'ਚ, ਉਹਨਾਂ ਨੂੰ ਫਿਰ ਬਚਾ ਲਿਆ ਗਿਆ। ਉਹਨਾਂ ਦੇ ਖਿਲਾਫ ਕਿਸੇ ਦੇ ਖਿਲਾਫ ਕਾਰਵਾਈ ਨਹੀਂ ਹੋ ਰਹੀ। ਸੋ ਇਹ ਬਹੁਤ ਹੀ ਇੱਕ ਮਤਲਬ ਬਹੁਤ ਵੱਡਾ ਇੱਕ ਮਾਇਆ ਜਾਲ ਇਸ ਤਰ੍ਹਾਂ ਦਾ ਬਣਿਆ ਹੋਇਆ, ਜਿਸ ਦੇ ਵਿੱਚ ਆਮ ਲੋਕਾਂ ਦੀਆਂ ਕੁਰਬਾਨੀਆਂ ਤਾਂ ਬਹੁਤ ਲਈਆਂ ਜਾਂਦੀਆਂ ਨੇ, ਪਰ ਜਿਹੜੇ ਲੋਕ ਇਸ ਸੰਸਥਾ ਨੂੰ ਚਲਾ ਰਹੇ ਨੇ, ਐਡੀ ਵੱਡੀ ਸੰਸਥਾ, ਮਹਾਨ ਸੰਸਥਾ ਦੇ ਹੋਵੇ ਤਾਂ ਉਸ ਨੂੰ ਜਦੋਂ ਇਹ ਛੋਟੇ ਲੋਕ ਚਲਾਉਂਦੇ ਨੇ, ਫਿਰ ਇਸ ਤਰ੍ਹਾਂ ਦੇ ਨਤੀਜੇ ਤੇ ਰਿਜ਼ਲਟ ਆਉਣੇ ਸਾਹਮਣੇ ਲੱਗਦੇ। ਪੁੱਛਗਿੱਛ ਹੋਣੀ ਲਾਜ਼ਮੀ ਹੈਗੀ ਹੈ, ਜਿਹਦੇ ਦੇਖ ਰੇਖ ਦੇ ਹੇਠ ਇਹ ਕੰਮ ਹੋ ਰਿਹਾ। ਮੇਨ ਬੰਦਿਆਂ ਨੂੰ ਪਹਿਲਾਂ ਜਿਹੜਾ ਹੈ ਉਹ ਪੁੱਛਗਿੱਛ ਹੋਣੀ ਚਾਹੀਦੀ ਹੈ, ਉਹਨਾਂ ਤੋਂ ਸਬੂਤ ਮੰਗਣੇ ਚਾਹੀਦੇ ਆ, ਉਹਨਾਂ ਤੋਂ ਇਨਫੋਰਮੇਸ਼ਨ ਮੰਗਣੀ ਚਾਹੀਦੀ ਹੈ ਕਿ ਦੱਸੋ ਕੀ ਹੈ। ਤੇ ਸਭ ਤੋਂ ਪਹਿਲੀ ਗੱਲ, ਜੇ ਕਿਸੇ ਨੂੰ ਕੋਈ ਜ਼ਰੂਰੀ ਚੀਜ਼ ਸੌਂਪੀ ਜਾਂਦੀ ਹੈ, ਕੋਈ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ, ਉਹਨੂੰ ਪਹਿਲਾਂ ਚਾਹੀਦਾ ਕਿ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਈਏ। ਸਾਹਮਣੇ ਆ ਹੀ ਨਹੀਂ ਰਹੀਆਂ। ਤੁਸੀਂ ਜ਼ਿੰਮੇਵਾਰੀ ਦੀ ਗੱਲ ਕੀਤੀ, ਜਿਹੜੀ ਸਾਡੀ ਸੰਸਥਾ ਹੈ ਜੀ, ਵੈਸੇ ਤਾਂ ਭਾਰਤ ਦੇ ਵਿੱਚ ਧਰਮ ਦੇ ਨਾਂ ਤੇ ਬਹੁਤ ਵੱਡਾ ਸੌਦਾ ਹੁੰਦਾ। ਬਿਲਕੁਲ ਕਿਸੇ ਵੀ ਧਰਮ ਤੇ, ਇੱਧਰ ਹਿੰਦੂ ਧਰਮ ਦਾ ਹਰਿਦੁਆਰ ਜਾ ਕੇ ਦੇਖ ਲਓ, ਜਿੰਨਾ ਉੱਥੇ ਮਤਲਬ ਜੋ ਧੰਦਾ ਉੱਥੇ ਹੁੰਦਾ, ਜੋ ਗੁੰਡਾਗਰਦੀ ਉੱਥੇ ਮੱਠਾਂ ਦੇ ਵਿੱਚ ਇੱਕ ਦੂਸਰੇ ਦੇ ਖਿਲਾਫ ਹੁੰਦੀ ਹੈ, ਉਹਦੀ ਬੜੀਆਂ ਸਟੋਰੀਆਂ ਨੇ। ਕਿਉਂਕਿ ਆਪਾਂ ਆਪਣੇ ਧਰਮ ਦੀ ਜ਼ਿਆਦਾ ਗੱਲ ਕਰਦੇ ਹਾਂ ਵੀ ਕਿਸੇ ਨੂੰ ਇਹ ਨਾ ਲੱਗੇ ਵੀ ਹਾਂਜੀ ਦੂਸਰੇ ਧਰਮ ਦੀ ਕਰਦੇ ਆ। ਸਾਡੇ ਧਰਮ ਦਾ ਜਿਹੜਾ ਮੁਖੀ ਕੌਣ ਹੋਣਾ ਚਾਹੀਦਾ, SGPC ਦਾ ਪ੍ਰਧਾਨ ਕੌਣ ਹੋਣਾ ਚਾਹੀਦਾ, ਉਹਨੇ ਜਿਹਨੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ, ਜਿਸ ਨੇ ਸਿੱਖੀ ਨੂੰ ਅੱਗੇ ਲੈ ਕੇ ਜਾਣਾ, ਉਸ ਤਰ੍ਹਾਂ ਦੇ ਬੰਦਿਆਂ ਨੂੰ ਤਾਂ ਦੂਰ ਰੱਖਿਆ ਜਾਂਦਾ। ਕਿਰਪਾਲ ਸਿੰਘ ਬਡੂੰਗਰ ਵਰਗਾ, ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ, ਬਹੁਤ ਇੱਕ ਪੜ੍ਹੀ ਲਿਖੀ ਮਹਾਨਾਜ ਹਸਤੀ, ਉਸ ਬੰਦੇ ਨੂੰ 2 ਵਾਰ ਬਣਾਇਆ ਗਿਆ, ਮਤਲਬ ਸਾਲ 2 ਸਾਲ ਨਹੀਂ ਟੱਪਣ ਦਿੰਦੇ। ਪਿਛਲੀ ਵਾਰ ਤਾਂ ਇੱਕੋ ਸਾਲ ਉਹਨਾਂ ਦਾ ਮਸਾ ਟੱਪਣ ਦਿੱਤਾ, ਕਿਉਂਕਿ ਉਹ ਬੰਦਾ ਵਿਦਵਾਨ ਹੈ, ਉਹਨਾਂ ਦੀਆਂ 7-8 ਕਿਤਾਬਾਂ ਵੀ ਲਿਖੀਆਂ ਹੋਈਆਂ ਨੇ, ਉਹਨਾਂ ਦੀਆਂ 7-8 ਕਿਤਾਬਾਂ ਲਿਖੀਆਂ ਹੋਈਆਂ ਨੇ, ਤੇ ਜਿਹੜਾ ਮੌਜੂਦਾ ਪ੍ਰਧਾਨ ਹੈ ਇਹਨੇ 7-8 ਕਿਤਾਬਾਂ ਪੜ੍ਹੀਆਂ ਨਹੀਂ ਹੋਣੀਆਂ, ਉਹ ਵੀ ਟੋਟਲ 10ਵੀਂ ਤੱਕ ਵਾਲੀਆਂ। ਕਿਉਂਕਿ ਇਹਦਾ ਕਾਰਨ ਹੈ, ਇਹ ਜਦੋਂ ਤੁਸੀਂ ਐਡੀ ਵੱਡੀ ਸੰਸਥਾ ਤੇ ਬੈਠੇ ਹੋ, ਤੁਹਾਨੂੰ ਉਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ। ਤੇ ਇਹੀ SGPC ਦਾ ਪ੍ਰਧਾਨ ਇੱਕ ਪਬਲਿਕ ਪ੍ਰੋਗਰਾਮ ਦੇ ਵਿੱਚ ਕਹਿ ਰਿਹਾ, ਜਿੱਥੇ ਬਾਬਾ ਨਾਨਕ ਜਦੋਂ ਪਾਂਦੇ ਨੂੰ ਰੋਕਦੇ ਆ, ਉਹ ਲਿਖਦੇ ਆ ਕਿ ਦਿਆ ਕਪਾ ਸੰਤੋਖ ਸੂਤ ਸਤ ਗੰਢੀ ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ ਹੈਤ ਪਾਂਡੇ ਘਤ। ਇਹ ਹੁਣ SGPC ਦਾ ਪ੍ਰਧਾਨ ਹੈ, ਜਿਹੜਾ ਵਿਦਵਾਨ ਹੋਣਾ ਚਾਹੀਦਾ। ਇਹ ਕਹ ਰਹੇ ਉਹ ਪੁਰਾਣਾ ਨਾਨਕ ਸੱਤ ਗੰਢੀ ਬੱਟੀ, ਇਹਨੂੰ ਆ ਨਹੀਂ ਕਹਿਣਾ ਰਿਹਾ ਉੱਥੇ ਜਿਹੜਾ SGPC ਦਾ ਪ੍ਰਧਾਨ ਹੈ। ਸੋ ਇਸ ਕਰਕੇ ਜਿਹੜੇ ਕਿਰਪਾਲ ਸਿੰਘ ਬਡੂੰਗਰ ਵਰਗੇ ਜਿਹੜੇ ਪੜ੍ਹੇ ਲਿਖੇ ਸੀ, ਉਹ ਲੋਕ ਇਹਨਾਂ ਨੂੰ ਸੂਤ ਨਹੀਂ ਬੈਠਦੇ। ਸੋ ਇਸੇ ਕਰਕੇ ਇਹਨਾਂ ਨੂੰ ਇਸ ਤਰ੍ਹਾਂ ਦੀਆਂ ਮੋਹਰਾਂ ਚਾਹੀਦੀਆਂ ਹੁੰਦੀਆਂ ਨੇ, ਉਹ ਮੋਹਰਾਂ ਨੇ ਫਿਰ ਉਸੇ ਤਰ੍ਹਾਂ ਦੇ ਕੰਮ ਕਰਨੇ ਹੁੰਦੇ। ਜੀ ਬਿਲਕੁਲ। ਤੇ ਨਾਲ ਜਦੋਂ ਅਕਾਲ ਤਖਤ ਸਾਹਿਬ ਵੱਲੋਂ ਇੱਕ ਹੁਕਮ ਹੋਰ ਸੁਣਾਇਆ ਗਿਆ ਹੈਗਾ, ਫੈਸਲਾ ਲਿਆ ਗਿਆ ਢੱਡਰੀਆਂ ਵਾਲੇ ਦੇ ਬਾਰੇ, ਉਹਦੇ ਬਾਰੇ ਕੀ ਤਫਸੀਲ ਹੈ? ਢੱਡਰੀਆਂ ਵਾਲਾ ਸਿੱਖ ਪੰਥ ਦੇ ਵਿੱਚ ਇਸ ਵੇਲੇ ਚਰਚਾ ਦਾ ਵਿਸ਼ਾ ਹੈ। ਬਿਲਕੁਲ ਚਰਚਾ ਦਾ ਵਿਸ਼ਾ ਇਸ ਕਰਕੇ ਨਹੀਂ ਹੈ ਕਿ ਉਹ ਬਾਬਾ ਹੈ। ਬਾਬੇ ਤਾਂ ਜੇ ਪੰਜਾਬ ਦੇ ਵਿੱਚ ਲਿਸਟ ਕੱਢ ਲਓ, ਮੇਰੇ ਕੋਲ ਇੱਕ ਲਿਸਟ ਪਈ ਹੈ, ਮੇਰੇ ਖਿਆਲ ਨਾਲ ਪੌਣੇ 300 ਦਾ ਡੇਰਾ ਹੈਗਾ ਪੰਜਾਬ 'ਚ, ਜਿਹੜਾ ਉਹ ਮੇਨ ਹੈ। ਉਹਨਾਂ ਦੇ ਨਾਲ ਹੁਣ ਤੁਸੀਂ ਜੋ ਤੁਹਾਡੇ ਮਨ 'ਚ ਆਉਂਦਾ ਉਹ ਡੇਰਾ ਹੋਊਗਾ ਸਾਡੇ। ਜੇ ਹੁਣ ਮੈਂ ਖੁਸ਼ਕ ਦੇ ਨਾਂ ਲਊਂਗਾ, ਫਿਰ ਉਹ ਕੋਈ ਬੰਦੇ ਮਾਈਂਡ ਕਰ ਜਾਂਦੇ ਵੀ ਸਾਡੇ ਵਾਲੇ ਡੇਰੇ ਦਾ ਲੈ ਤਾਂ 250 ਦਾ, ਬਾਕੀ 270 ਛੱਡਤੇ, ਹੈ ਨਾ। ਇੱਥੇ ਤਾਂ ਬਾਬਾ ਕੰਬਲੀ ਵਾਲਾ ਜੀ, ਬਾਬਾ ਬੇਲਾਂ ਵਾਲਾ ਜੀ, ਬਾਬਾ ਤੋਰੀਆਂ ਵਾਲਾ ਜੀ, ਬਾਬਾ ਘਰਾਣੇ ਵਾਲਾ ਜੀ, ਬਾਬਾ ਪੌੜੀਆਂ ਵਾਲਾ ਜੀ, ਕਿਹੜੇ ਬਾਬੇ ਨੇ ਜਿਹੜੇ ਇੱਥੇ ਬਣੇ ਹੋਏ ਨੇ, ਹੈ ਨਾ। ਤਾਂ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਇਹ ਜਿਹੜਾ ਰਣਜੀਤ ਸਿੰਘ ਢੱਡਰੀਆਂ ਵਾਲਾ, ਇਹ ਵੀ ਉਹਨਾਂ ਦਾ ਹੀ ਬਿਲਕੁਲ ਉਹਨਾਂ ਬਾਬਿਆਂ 'ਚ ਹੀ ਸੀ। ਕਿਉਂਕਿ ਸਾਡੇ ਕੱਚੀ ਬਾਣੀ ਦਾ ਘਾਣ, ਅਸਲ ਬਾਣੀ ਤਾਂ ਪੜ੍ਹੀ ਹੋ ਨਹੀਂ ਕਿਸੇ ਨੇ, ਕੱਚੀ ਬਾਣੀਆਂ ਧਾਰ ਨਾਲ ਬਾਜੇ ਦੇ ਬਾਹਰ ਰੱਖ ਕੇ ਵਜਾਉਣਾ, ਤੇ ਉਹੀ ਕਾਂ ਕਰਕੇ ਬਾਬੇ ਦਾ ਨਾਨਕ ਦਾ ਜਹਾਜ਼ ਚੱਲਿਆ ਬਹਿ ਜੋ, ਲੋਕਾਂ ਨੂੰ ਲੱਗਦਾ ਸ਼ਾਇਦ ਬਾਣੀ ਉਹ ਹੈ। ਉਹਨਾਂ ਨੂੰ ਗੁੰਮਰਾਹ ਕਰਕੇ ਇਸ ਤਰ੍ਹਾਂ ਦੀਆਂ ਸਟੋਰੀਆਂ ਸੁਣਾਉਣੀਆਂ, ਜਿਵੇਂ ਬਾਬਾ ਨਾਨਕ ਦੇ ਨਾਲ ਆਪ ਵਿਚਰੇ ਹੁੰਦੇ ਆ, ਬਾਬੇ ਨਾਨਕ ਨੇ ਫਲਾਣੇ ਨੂੰ ਐਂ ਹੱਥ ਰੱਖਤਾ, ਫਿਰ ਬਾਬਾ ਇੱਧਰ ਨੂੰ ਮੁੜ ਗਿਆ। ਮਤਲਬ ਜੋ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਇਹ ਗੱਲ ਦੀ ਤਰਾਸ਼ਦੀ ਅਰਸ਼ ਜੀ ਸਾਡੇ, ਕਿ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਸਾਰੇ ਮੰਨਦੇ ਹਾਂ, ਪਰ
ਗੁਰੂ ਗ੍ਰੰਥ ਦੀ ਕੋਈ ਵੀ ਨਹੀਂ ਮੰਨਦਾ। ਅਸੀਂ ਵੀ ਘਰਾਂ 'ਚ ਪ੍ਰਕਾਸ਼ ਕਰਾਉਂਦੇ ਹਾਂ ਜੀ ਤਾਂ ਉਸ ਦੇ ਵਿੱਚ ਜੋ ਉਹਨਾਂ ਨੇ ਸਾਨੂੰ ਗਾਈਡਲਾਈਨ ਦਿੱਤੀ ਹੈ, ਆ ਵੱਡੇ ਵੱਡੇ ਜਿਹੜੇ ਵਿਦਵਾਨ ਤੁਰੇ ਫਿਰਦੇ ਨੇ, ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਪੜ੍ਹੇ ਨਹੀਂ ਹੋਣੇ ਹਜੇ। ਹਾਲਾਂਕਿ ਆਪਣੇ ਵਰਗੇ ਕੁਝ ਕੋਸ਼ਿਸ਼ ਕਰ ਲੈਂਦੇ ਵੀ ਥੋੜਾ ਬਹੁਤਾ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ। ਸੋ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲਾ ਵੀ ਉਹੀ ਆਪਣੀ ਕੱਚੀ ਬਾਣੀ ਪਹਿਲਾਂ ਪੜ੍ਹਿਆ ਕਰਦਾ ਸੀ, ਆਪਣਾ ਚਿਮਟਾ ਲੈ ਕੇ ਉਹਦਾ ਇੱਕ ਦੂਜੇ ਨਾਲੋਂ ਜ਼ਿਆਦਾ ਵਧੀਆ ਹੋ ਗਿਆ। ਫਿਰ ਹਾਲਾਤ ਜਦੋਂ ਚੇਂਜ ਹੋਏ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ, ਜੀ ਜਦੋਂ ਉਹਨੂੰ ਸਮਝ ਆਉਣ ਲੱਗੀ ਇਹਨਾਂ ਸਾਰੀਆਂ ਚੀਜ਼ਾਂ ਦੀ, ਤਾਂ ਉਹਨੇ ਜਿਹੜੀ ਅਸਲ ਬਾਣੀ, ਅਸਲ ਮਰਿਆਦਾ, ਅਕਾਲ ਤਖਤ ਦੀ ਮਰਿਆਦਾ, ਜਦੋਂ ਉਸ ਮੁਤਲਕ ਉਹ ਗੱਲ ਕਰ ਲੱਗਿਆ ਤਾਂ ਸਾਡੇ ਜਿਹੜੇ ਉਹ ਡੇਰਾਵਾਦ ਬੈਠਾ ਹੈ, ਸਾਡੇ ਜਿਹੜੇ ਬਹੁਤ ਸਾਰੇ ਸੰਤ ਬਣੇ ਬੈਠੇ ਆ, ਉਹਨਾਂ ਨੂੰ ਲੱਗਦਾ ਕਿਉਂਕਿ ਉਹਨਾਂ ਨੇ ਉਹ ਆਪਣੀਆਂ ਜਿਹੜੀਆਂ ਪੁਰਾਣਾ ਡਰ ਸਾਡੇ ਮਨਾਂ 'ਚ ਪਾਇਆ ਹੈ, ਜਿਹੜੀ ਆਪਾਂ ਡਰ ਦੀ ਗੱਲ ਕਰਦੇ ਸੀ ਨਾ, ਜੀ ਬਿਲਕੁਲ, ਸਾਡੇ ਫੋਰਫਾਦਰਾਂ ਨੇ ਸਾਡੇ ਦਾਦਿਆਂ ਦੇ ਪਾਤਾ ਵੀ ਨਹੀਂ ਆਹ ਚੀਜ਼ ਤੋਂ ਡਰਨਾ ਹੈ। ਬਿਲਕੁਲ, ਉਹਨੇ ਸਾਡੇ ਫਾਦਰ ਸਾਹਿਬ ਉਹਨਾਂ ਦੇ ਪਾਤਾ ਇਸ ਗੱਲ ਤੋਂ ਡਰਨਾ ਹੈ, ਉਹਨਾਂ ਨੇ ਹੁਣ ਸਾਡੇ ਪਾਤਾ। ਸਾਡੇ ਵੀ ਅੱਗੇ ਅਸੀਂ ਜਵਾਕਾਂ ਨੂੰ ਉਹੀ ਕੁਛ, ਸਾਡੇ ਕਿੰਤੂ ਨਹੀਂ ਤੁਸੀਂ ਕਰ ਸਕਦੇ, ਸਵਾਲ ਨਹੀਂ ਕੋਈ ਪੁੱਛ ਸਕਦੇ, ਤੁਸੀਂ ਡਰਨਾ ਹੈ ਸਿਰਫ। ਸੋ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਜਦੋਂ ਉਹ ਸਾਰੀਆਂ ਚੀਜ਼ਾਂ ਦੇ ਖਿਲਾਫ ਜਾ ਕੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਇਹ ਗੱਲ ਚੱਕੀ, ਮੈਂ ਉਹਨਾਂ ਦੀ ਇੰਟਰਵਿਊ ਕੀਤੀ ਸੀ ਇੱਕ ਵਾਰੀ, ਮੈਂ ਉੱਥੇ ਜੀ ਨਿਊਜ਼ 'ਚ ਕੰਮ ਕਰਦਾ ਸੀ, ਉਹਨਾਂ ਦੀ ਮੈਂ 1 ਘੰਟੇ ਦੀ ਇੰਟਰਵਿਊ ਕੀਤੀ ਤਾਂ ਉਹਨੇ ਕਿਹਾ ਕਿ ਮੈਨੂੰ ਪਤਾ ਲੱਗੇ ਜਿਹੜੇ ਮੈਨੂੰ ਕਹਿੰਦੇ ਆ ਕਿ ਇਹ ਮਾੜਾ ਬੋਲਦਾ ਚੰਗਾ ਬੋਲਦਾ, ਕਿ ਜੋ ਸਾਡੇ ਮਰਿਆਦਾ ਗੁਰੂ ਗ੍ਰੰਥ ਸਾਹਿਬ ਦੀ ਹੈ, ਜਿੰਨੇ ਇੱਥੇ ਡੇਰੇ ਤੁਰੇ ਫਿਰਦੇ ਆ, ਸਭ ਦੀਆਂ ਮੇਰੇ ਖਿਆਲ ਨਾਲ ਪੰਜਾਬ ਦੇ ਵਿੱਚ 200-250 ਤਾਂ ਮਰਿਆਦਾ ਨੇ ਸਿੱਖਾਂ ਦੀ, ਜੀ ਹਰ ਡੇਰੇ ਦੀ ਆਪਣੀ ਮਰਿਆਦਾ ਹੈ, ਹਰ ਕੋਈ ਚੱਕੀ ਫਿਰਦਾ। ਉਹ ਕਹਿੰਦਾ ਵੀ ਜਿਹੜੀ ਅਸਲ ਮਰਿਆਦਾ ਹੈ ਉਸ ਦੇ ਵਿੱਚ ਮਰਿਆਦਾ ਚੱਕ ਕੇ ਆਪਾਂ ਗੱਲ ਕਰਾਂਗੇ, ਕੀ ਆਪਾਂ ਉੱਥੇ ਖੜ ਸਕਦੇ ਹਾਂ। ਉਸ ਤੋਂ ਇਲਾਵਾ ਜਦੋਂ ਉਹਨੇ ਬਾਣੀ ਦਾ ਐਕਸਪਲੇਨ ਕਰਨਾ ਸ਼ੁਰੂ ਕੀਤਾ, ਬਹੁਤ ਸਾਰੇ ਲੋਕਾਂ ਨੂੰ ਤਕਲੀਫ ਹੋਈ। ਸੋ ਇਸ ਕਰਕੇ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਖਿਲਾਫ ਇਸ ਤਰ੍ਹਾਂ ਦਾ ਮਾਹੌਲ ਬਣਦਾ ਚਲਿਆ ਗਿਆ। ਇੱਕ ਸਿਆਸੀ ਧਿਰ ਖਾਸ ਤੌਰ ਤੇ ਜਿਹੜੀ ਹੁਣ ਸਾਰੇ ਜਿਹੜਿਆਂ ਦੇ ਗੋਡਿਆਂ 'ਚ ਬੈਠਿਆਂ ਦੀਆਂ ਵੱਡੇ ਵੱਡੇ ਸੰਤ ਜਿਹੜੇ ਆਪਦਿਆਂ ਨੂੰ ਕਹਾਉਂਦੇ, ਵੱਡੇ ਵੱਡੀਆਂ ਸੰਸਥਾਵਾਂ ਦੇ ਮੁਖੀ, ਉਹਨਾਂ ਦੇ ਗੋਡਿਆਂ 'ਚ ਬੈਠਿਆਂ ਦੇ ਜਦੋਂ ਫੋਟੋ ਆਉਂਦੀਆਂ ਨੇ ਨਾ, ਫਿਰ ਉਹਨਾਂ ਲੋਕਾਂ ਨੂੰ ਤਕਲੀਫ ਹੋਈ ਕਿ ਇਹ ਸਾਡੀ ਸੁਣਦਾ ਨਹੀਂ, ਇਹ ਕਿਉਂ ਸੱਚੀ ਗੱਲਾਂ ਲੱਗਿਆ ਕਰਨ, ਜਾਂ ਸੱਚੀਆਂ ਨਹੀਂ ਕਹਿ ਸਕਦਾ, ਜਾਂ ਫਿਰ ਤਰਕ ਨਾਲ ਗੱਲਾਂ ਲੱਗਿਆ ਕਰਨ। ਸੋ ਉੱਥੋਂ ਇਹ ਵਿਗਾੜ ਪੈਂਦਾ ਚਲਿਆ ਗਿਆ। ਵਿਗਾੜ ਦੇ ਵਿੱਚ ਮੈਂ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਵੀ ਸਹੀ ਨਹੀਂ ਕਹਿੰਦਾ, ਕਿਉਂਕਿ ਉਹਨਾਂ ਨੇ ਵੀ ਫਿਰ ਨਿੱਜੀ ਰੂਪ 'ਚ ਇੱਕ ਦੂਸਰੇ ਤੇ ਅਟੈਕ ਕਰਨੇ ਸ਼ੁਰੂ ਕਰਤੇ, ਜਿਹੜੇ ਅੱਜ ਸਾਡੇ ਕਲਾਕਾਰ ਕਰ ਰਹੇ ਨੇ, ਆਹੀ ਇਹਨਾਂ ਨੇ ਕੰਮ ਕੀਤਾ ਹੋਇਆ ਸੀ। ਸੋ ਉਸ ਦੇ ਵਿੱਚ ਉਹਨਾਂ ਤੇ ਜਾਨੀ ਹਮਲਾ ਹੋਇਆ। ਜਾਨੀ ਹਮਲਾ ਹੋਣ ਤੋਂ ਬਾਅਦ ਉਹਨਾਂ ਦੇ ਨਾਲ ਦਾ ਬੰਦਾ ਕਤਲ ਹੋ ਗਿਆ। ਉਸ ਵੇਲੇ ਦੀ ਸਰਕਾਰ ਨੇ ਬਜਾਏ ਇਹਨਾਂ ਨੂੰ ਕੋਈ ਇਨਸਾਫ ਦਿਵਾਉਣ ਦੀ, ਸਗੋਂ ਇਹਨਾਂ ਤੇ ਪ੍ਰੈਸ਼ਰ ਪਾ ਕੇ ਸਮਝੌਤਾ ਕਰੋ। ਜਾਨੀ ਹਮਲੇ ਤੋਂ ਬਾਅਦ ਜ਼ੁਬਾਨੀ ਹਮਲਾ ਅਜੇ ਵੀ ਜਾਰੀ ਹੈ, ਲਗਾਤਾਰ ਉਹਨਾਂ ਤੇ ਹੋ ਰਿਹਾ ਹੈ। ਸੋ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਪਿਛਲੇ ਸਮੇਂ 'ਚ ਇੱਕ ਫਿਰ ਕਮੇਟੀ ਹੁੰਦੀ ਆ ਸਾਡੇ, ਜਦੋਂ ਵੀ ਬਣਾਉਂਦੇ ਆ ਨਾ, ਜਦ ਕਿਸੇ ਕੰਮ ਤੇ ਮਿੱਟੀ ਪਾਉਣੀ ਹੋਵੇ ਫਿਰ ਉਹ ਕਮੇਟੀ ਕਹਿੰਦੇ ਆ। ਫਿਰ ਉਹਨਾਂ ਨੇ ਆਪਣੇ ਮੁਤਾਬਕ ਉਹ ਕਮੇਟੀ ਪਹਿਲੇ ਹੁੰਦੀ ਹੈ ਕਿ ਇਹਨੇ ਆਹ ਨਤੀਜਾ ਦੇਣਾ, ਇਹਨੇ ਆਹ ਕੰਮ ਕਰਨਾ। ਸੋ ਇੱਕ ਕਮੇਟੀ ਫਿਰ ਸੰਗਠਿਤ ਕੀਤੀ ਗਈ ਵੀ ਉਹ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਨਾਲ ਸੰਵਾਦ ਕਰੂਗੀ। ਉਹ ਕਹਿੰਦਾ ਜੀ ਮੇਰੇ ਨਾਲ ਜਾ ਕੇ ਤੁਸੀਂ ਮੈਨੂੰ ਅਕਾਲ ਤਖਤ ਦਾ ਜਥੇਦਾਰ ਮੇਰੇ ਨਾਲ ਸੰਵਾਦ ਕਰ ਲਵੇ, ਮੇਰੇ ਨਾਲ ਕਿਤੇ ਵੀ ਬਹਿ ਕੇ ਕਰ ਲੈ, ਜੇ ਮੈਂ ਗਲਤ ਹਾਂ ਤਾਂ ਮੈਨੂੰ ਮਾਫੀ ਮੰਗਾ ਲੈਣ। ਉਸ ਮਾਮਲੇ ਦੇ ਵਿੱਚ ਬਹੁਤ ਸਾਰੀਆਂ ਉਹਨਾਂ ਨੇ 3-4 ਵਾਰ ਇਹਨਾਂ ਨੂੰ ਸੱਦਿਆ ਜੀ, ਜਦੋਂ ਇਹ ਨਾ ਗਿਆ ਉੱਤੇ ਤਾਂ ਉਸ ਤੋਂ ਬਾਅਦ 'ਚੋਂ ਹੁਣ ਜਿਹੜੀ ਰਿਪੋਰਟ ਅਕਾਲ ਤਖਤ ਦੇ ਜਥੇਦਾਰ ਨੂੰ ਸੌਂਪੀ ਗਈ। ਔਰ ਮੈਂ ਸਮਝਦਾ ਕਿ ਅਕਾਲ ਤਖਤ ਦੇ ਜਥੇਦਾਰ ਹਰਪ੍ਰੀਤ ਸਿੰਘ ਉਹਨਾਂ ਦਾ ਇੱਕ ਕੱਦ ਜਿਹਾ ਨਿਕਲ ਕੇ ਸਾਹਮਣੇ ਆਇਆ ਸੀ। ਅਦਰਵਾਈਜ਼ ਇਸ ਤੋਂ ਪਹਿਲਾਂ ਗੁਰਬਚਨ ਸਿੰਘ ਉਹਨਾਂ ਤੇ ਤਾਂ ਦੋਸ਼ ਲੱਗਦੇ ਸੀ ਜੀ, ਬਿਲਕੁਲ, ਕਿ ਉਹਨਾਂ ਨੇ ਤਾਂ 50,000 ਰੁਪਇਆ ਵੀ ਦੇ ਦਿਓ ਤਾਂ ਵੀ ਅਰਦਾਸ ਕਰਨ ਕਿਤੇ ਚਲੇ ਜਾਂਦੇ ਆ, ਜਾਂ ਫਿਰ ਉਹਨਾਂ ਦੇ ਮੁੰਡਿਆਂ ਦੇ ਹੋਟਲਾਂ ਦੇ, ਜਾਂ ਫਿਰ ਉਹਨਾਂ ਦੇ ਜਥੇਦਾਰਾਂ ਦੇ ਮੁੰਡੇ ਦਾ ਇਹ ਵੀ ਚੱਲਦਾ ਹੁੰਦਾ ਸੀ ਕਿ ਉਹ ਤਾਂ ਮੈਸਾਂ ਤੱਕ ਵੇਚਣ ਦੇ ਕਾਰੋਬਾਰ ਵੀ ਕਰਦੇ ਰਹੇ ਆ। ਸੋ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਇਹਦਾ ਲੱਗਦਾ ਸੀ ਕਿ ਹਰਪ੍ਰੀਤ ਸਿੰਘ ਇੱਕ ਪੜ੍ਹਿਆ ਲਿਖਿਆ ਬੰਦਾ ਔਰ ਤਰਕ ਦੇ ਨਾਲ ਗੱਲ ਕਰਨ ਵਾਲਾ ਬੰਦਾ, PhD ਕਰ ਰਿਹਾ ਹੈ। ਪਰ ਹਰਪ੍ਰੀਤ ਸਿੰਘ ਨੇ ਵੀ ਇਹ ਗੱਲ ਸਾਬਤ ਕਰਤੀ ਹੈ ਕਿ ਉਹ ਵੀ ਚਾਬੀ ਦੇ ਕੇ ਛੱਡਿਆ ਹੋਇਆ ਉਸ ਤਰੀਕੇ ਨਾਲ ਹੀ ਚੱਲ ਰਿਹਾ। ਉਹਨੇ ਵੀ ਜਿਹੜੀ ਇਸ ਸੰਸਥਾ ਦੀ ਮਾਣ ਮਰਿਆਦਾ ਸੀ, ਉਸ ਮਾਮਲੇ 'ਚ ਜਿਹੜਾ ਉਹਨੇ ਕਿਹਾ ਕਿ ਇਹ ਢੱਡਰੀਆਂ ਵਾਲਾ ਦਾ ਕੋਈ ਵੀ ਦੀਵਾਨ ਨਾ ਸੁਣੇ, ਜੇਕਰ ਸੁਣੂਗਾ ਤਾਂ ਉਹ ਫਿਰ ਆਪਣੇ ਆਪ ਜ਼ਿੰਮੇਵਾਰ ਹੋਊਗਾ, ਢੱਡਰੀਆਂ ਵਾਲਾ ਆਪਣੀ ਸੁਰੱਖਿਆ। ਇਹਦਾ ਮਤਲਬ ਤਾਂ ਇਹ ਹੈ ਕਿ ਤੁਸੀਂ ਇੱਕ ਇਸ਼ਾਰਾ ਕਰ ਦਿੱਤਾ ਹੈ, ਸਿੱਖ ਪੰਥ ਨੂੰ ਤੁਸੀਂ ਇਕੱਠੇ ਕਰਨ ਦੀ ਬਜਾਏ ਸਿਰਫ ਫੇਰ ਪਾੜ ਪਾਉਣ ਦੀ ਉਹਦੇ ਵਿੱਚ ਜਿਹੜੀ ਉਹ ਸਾਰੀ ਗੱਲ ਚੱਲ ਰਹੀ ਹੈ। ਹੁਣ ਢੱਡਰੀਆਂ ਵਾਲੇ ਨੇ ਉਸ ਗੱਲ ਦਾ ਜਵਾਬ ਇਹ ਦਿੱਤਾ, ਉਹ ਕਹਿੰਦਾ ਵੀ ਮੈਨੂੰ ਜਦੋਂ ਇਹ ਜਾਂਚ ਕਮੇਟੀ ਜਾਂ ਬੈਠੀ ਹੈ ਤਾਂ ਮੈਨੂੰ ਫੋਨ ਆਇਆ ਕਿ ਤੂੰ ਫਲਾਣੇ ਲੀਡਰ ਨੂੰ ਫੋਨ ਕਰ ਲਾ, ਫਿਰ ਇਹ ਤਰ੍ਹਾਂ ਮਸਲਾ ਸੁਲਝ ਸਕਦਾ। ਇਹਦਾ ਮਤਲਬ ਤਾਂ ਇਹ ਹੈ ਕਿ ਜਿਹੜੀਆਂ ਕਮੇਟੀਆਂ ਸ਼ਮੇਟੀਆਂ ਇਹ ਤੁਰੀਆਂ ਫਿਰਦੀਆਂ ਨੇ ਨਾ, ਇਹਨਾਂ ਦੇ ਅੱਲੇ ਬੱਲੇ ਕੁਝ ਨਹੀਂ ਹੈ। ਇਹ ਤਾਂ ਉਹੀ ਨੇ ਉੱਪਰੋਂ ਤੁਣਕਾ ਹਿਲਾਉਣ ਵਾਲੇ,
ਉਹਨਾਂ ਨੇ ਸਾਰੀ ਚਿੱਠੀ ਤੁਹਾਨੂੰ ਭੇਜਣੀ ਹੈ ਕਿ ਤੁਸੀਂ ਆਹ ਫੈਸਲਾ ਕਰਨਾ। ਇਹ ਤਾਂ ਸਿਰਫ ਮੁਖੌਟੇ ਬਿਠਾਏ ਹੁੰਦੇ ਆ। ਸੋ ਇਸ ਕਰਕੇ ਸਾਰਾ ਕੁਝ ਜਿਹੜਾ ਇਹ ਚੱਲ ਰਿਹਾ ਹੈ ਇਹ ਕਿਸੇ ਨਾ ਕਿਸੇ ਪਾਸੇ ਵੱਲੋਂ ਚੱਲ ਰਿਹਾ, ਪਰ ਇਸ ਦੇ ਨਾਲ ਸਿਆਸੀ ਤੇ ਸਮਾਜਿਕ ਤੌਰ ਤੇ ਸਾਡਾ ਤੇ ਧਾਰਮਿਕ ਤੌਰ ਤੇ ਨੁਕਸਾਨ ਬਹੁਤ ਹੋ ਰਿਹਾ ਹੈ। ਰਣਜੀਤ ਸਿੰਘ ਦੇ ਖਿਲਾਫ ਉਹਨਾਂ ਨੇ ਇਹ ਸਾਰੇ ਦਾ ਸਾਰਾ ਜਥੇਦਾਰ ਨੇ ਕਹਿ ਦਿੱਤਾ, ਪਰ ਉਹਨੇ ਵੀ ਨਾਲ ਇਹ ਕਿਹਾ ਕਿ ਇਸ ਦੇ ਨਾਲ ਹੋ ਸਕਦਾ ਹੈ ਕਿ ਜਿਹੜਾ ਮੌਜੂਦਾ ਜਥੇਦਾਰ ਹੈ ਕਾਰਜਕਾਰੀ ਹੈ ਇਸ ਵੇਲੇ ਤੇ ਆਉਂਦੇ ਦਿਨਾਂ 'ਚ ਸ਼ਾਇਦ ਪੱਕਾ ਬਣਾ ਦੇਣ, ਕਿਉਂਕਿ ਉਹਨਾਂ ਦੀਆਂ ਜਿਹੜੀਆਂ ਕਈਆਂ ਹੋਈਆਂ ਗੱਲਾਂ ਤੇ ਇਹਨਾਂ ਨੇ ਹੁਣ ਫੁੱਲ ਚੜਾਤੇ ਆ। ਪਰ ਕੁੱਲ ਮਿਲਾ ਕੇ ਅਰਸ਼ ਜੀ, ਜੇਕਰ ਆਪਾਂ ਇਸ ਸਾਰੇ ਨਜ਼ਰੀਏ ਨੂੰ ਦੇਖਦੇ ਹਾਂ ਤਾਂ ਇਸ ਦੇ ਵਿੱਚ ਸਾਡੇ ਸਿੱਖ ਧਰਮ ਦਾ ਜਿਹੜਾ ਪਹਿਲਾਂ ਖੇਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ। ਸੋ ਉਸ ਦੇ ਵਿੱਚ ਇਹ ਹੋਰ ਇੱਕ ਨੁਕਸਾਨਦਾਰ ਸਟੈਪ ਸਾਡੇ ਸਿੱਖ ਧਰਮ ਵਾਸਤੇ ਆਪਾਂ ਕਹਿ ਸਕਦੇ। ਜਿਵੇਂ ਤੁਸੀਂ ਗੱਲ ਕੀਤੀ, ਤਰਾਸਦੀ ਹੈ ਇਹ ਸਾਡੀ ਸਿੱਖ ਧਰਮ ਦੀ ਕਿ ਸਾਨੂੰ ਪਤਾ ਹੀ ਨਹੀਂ ਕਿ ਸਾਡਾ ਧਰਮ ਕੀ ਸਿਖਾ ਰਿਹਾ ਹੈਗਾ। ਜਿਵੇਂ ਸਾਨੂੰ ਕਿਸੇ ਨੇ ਦੱਸ ਦਿੱਤਾ, ਅਸੀਂ ਉਹਨੂੰ ਲੈ ਕੇ ਤੁਰੇ ਜਾ ਰਹੇ ਹਾਂ, ਡਰ ਰਹੇ ਹੈਗੇ ਆ। ਸਾਨੂੰ ਇੱਕ ਜਣੇ ਨੇ ਕਹਿ ਦਿੱਤਾ ਕਿ ਇਹ ਚੀਜ਼ ਤੋਂ ਡਰਨਾ ਚਾਹੀਦਾ ਤਾਂ ਅਸੀਂ ਉਸ ਤੋਂ ਡਰ ਰਹੇ ਹੈਗੇ ਆ। ਜਾਂ ਵਹਿਮ ਭਰਮ, ਜਿਵੇਂ ਹੁਣ ਸਾਡੇ ਪਹਿਲੀ ਗੱਲ ਦਿਮਾਗ ਦੇ ਵਿੱਚ ਆਉਂਦੀ ਹੈ ਕਿ ਸਾਡੇ ਗੁਰੂਆਂ ਨੇ ਕਿਹਾ ਸੀ ਕਿ ਮੂਰਤੀ ਪੂਜਾ ਨਹੀਂ ਕਰਨੀ, ਤੇ ਪਰ ਅਸੀਂ ਫਿਰ ਵੀ ਮੂਰਤੀ ਪੂਜਾ ਕਰ ਰਹੇ ਹੈਗੇ ਆ, ਗੁਰੂਆਂ ਦੇ ਫੋਟੋਆਂ ਲਗਾ ਰਹੇ ਹੈਗੇ ਆ, ਇਹਨੂੰ ਪੂਜੀ ਜਾਂਦੇ ਹੈਗੇ। ਗੁਰੂ ਗ੍ਰੰਥ ਸਾਹਿਬ ਨੂੰ ਮੂਰਤੀ ਵਾਂਗੂ ਪੂਜ ਰਹੇ ਹਾਂ ਅਸੀਂ, ਉਹਨੂੰ ਪੜ੍ਹਦੇ ਨਹੀਂ ਹੈਗੇ। ਸੋ ਉਹਦੇ ਕਰਕੇ ਕਹਿੰਦੇ ਆ ਕਿ ਅੱਗੇ ਜਨਰੇਸ਼ਨਸ ਨੇ ਜਾਂ ਹੋਰ ਕਮਿਊਨਿਟੀਜ਼ ਦੇ ਵਿੱਚ ਜਿਹੜਾ ਮੈਸੇਜ ਹੈ ਉਹ ਗਲਤ ਜਾਂਦਾ ਹੈ। ਹੁਣ ਅਸੀਂ ਪਿਛਲੇ ਦਿਨ ਜੋ ਰਾਮ ਮੰਦਿਰ ਦੀ ਗੱਲ ਹੋਈ ਸੀਗੀ, ਉਦੋਂ ਵੀ ਮੋਦੀ ਨੇ ਜਿਹੜੀਆਂ ਗੱਲਾਂ ਕਹੀਆਂ ਹੈਗੀਆਂ ਨੇ, ਤਾਂ ਉਹਨੂੰ ਲੈ ਕੇ ਵੀ ਹੁਣ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਨੇ। ਉਹਨਾਂ ਨੇ ਵੀ ਐਂ ਕਿਹਾ ਹੈਗਾ ਕਿ ਜੋ ਰਾਮ ਦੀ ਜਿਹੜਾ ਹੈਗਾ ਰਾਮ, ਉਹ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਹੈ। ਸੋ ਉਹ ਬਹੁਤ ਚੀਜ਼ਾਂ ਜਿਹੜੀਆਂ ਨੇ, ਗਲਤ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਉਹਨਾਂ ਨੇ ਭਾਸ਼ਣ ਦੇ ਵਿੱਚ ਕਹੀਆਂ। ਇੱਕ ਨੇਤਾ, ਇੱਕ ਪ੍ਰਧਾਨ ਮੰਤਰੀ, ਦੇਸ਼ ਦਾ ਪ੍ਰਧਾਨ ਮੰਤਰੀ ਜੋ ਗੱਲ ਕਹਿ ਰਿਹਾ, ਜ਼ਾਹਿਰ ਹੈ ਕਿ ਜਿਨ੍ਹਾਂ ਨੇ ਟੀਵੀਆਂ ਦੇ ਉੱਤੇ ਸੁਣਨਾ ਹੈਗਾ, ਜਿਨ੍ਹਾਂ ਨੂੰ ਨਹੀਂ ਪਤਾ ਧਰਮ ਦੇ ਬਾਰੇ, ਉਹਨਾਂ ਨੇ ਉਸ ਗੱਲ ਤੇ ਹੀ ਯਕੀਨ ਕਰਨਾ ਹੈਗਾ। ਹੁਣ ਉਸ ਸਟੇਟਮੈਂਟ ਤੋਂ ਬਾਅਦ ਧਿਆਨ ਸਿੰਘ ਮਾਨ ਨੇ ਕਿਹਾ ਹੈ ਕਿ ਮੁਕੱਦਮਾ ਕੀਤਾ ਜਾਵੇ। ਹੁਣ ਉਹ ਖਬਰ ਕੀ ਹੈ? ਉਹ ਵੀ ਬੜਾ ਵਿਚਾਰਨ ਵਾਲਾ ਵਿਸ਼ਾ ਹੈ। ਇਹ ਅੰਤਰਿਮ ਕਮੇਟੀ ਦੇ ਵਿੱਚ ਜਾਂ ਫਿਰ ਅਕਾਲ ਤਖਤ ਦੇ ਜਥੇਦਾਰ ਸਾਹਿਬ ਜਾਂ ਫਿਰ ਉਹਨਾਂ ਦੇ ਨਾਲ ਜਿਹੜਾ ਕੋਰਮ ਬੈਠਦਾ ਹੈ, ਉਹਨਾਂ ਨੂੰ ਬੈਠ ਕੇ ਇਸ ਗੱਲ ਤੇ ਫੈਸਲਾ ਲੈਣਾ ਚਾਹੀਦਾ ਸੀ। ਹੁਣ ਉਹਨਾਂ ਨੂੰ ਰਣਜੀਤ ਸਿੰਘ ਢੱਡਰੀਆਂ ਵਾਲਾ ਦਾ ਬਹੁਤ ਵੱਡਾ ਖਤਰਾ ਨਜ਼ਰ ਆ ਰਿਹਾ ਹੈ। ਉਹਨਾਂ ਨੂੰ ਨਾ ਤਾਂ ਉੱਥੇ ਦਾ ਬਿਹਾਰ ਦਾ ਜਿਹੜਾ ਪਟਨਾ ਸਾਹਿਬ ਦਾ ਸਾਬਕਾ ਜਥੇਦਾਰ ਸੀ, ਜਿਹੜਾ ਲਵ ਕੁਸ਼ ਦੀ ਔਲਾਦ ਸਾਡੇ ਸਿੱਖ ਧਰਮ ਦੇ ਗੁਰੂ ਬਾਬਾ ਨਾਨਕ ਤੇ ਦਸਮ ਪਾਤਸ਼ਾਹ ਨੂੰ ਦੱਸ ਰਿਹਾ, ਨਾ ਤਾਂ ਉਹ ਨਜ਼ਰ ਆਉਂਦਾ, ਨਾ ਹੀ ਨਰਿੰਦਰ ਮੋਦੀ ਜਿਹੜਾ ਸ਼ਰੇਆਮ ਹਜ਼ਾਰਾਂ ਮਤਲਬ ਕੈਮਰਿਆਂ ਦੇ ਅੱਗੇ ਤੁਹਾਡੇ ਸਾਹਮਣੇ ਕਹਿ ਰਿਹਾ ਕਿ ਆਹ ਗੁਰੂ ਗੋਬਿੰਦ ਦੀ ਰਮਾਇਣ ਸੀ। ਤਾਂ ਉਸ ਮਾਮਲੇ ਵਿੱਚ ਸਾਡੇ ਜਥੇਦਾਰਾਂ ਦੇ, ਸਾਡੀਆਂ ਰਾਜਨੀਤਿਕ ਪਾਰਟੀਆਂ ਦੇ, ਸਾਡੇ ਧਰਮ ਜਿਹੜਾ 2-250 ਇੱਥੇ ਤੁਰਿਆ ਫਿਰਦਾ ਹੋਰ ਹੈ, ਉਹਨਾਂ ਦੇ ਸਾਰਿਆਂ ਦੇ ਮੂੰਹ 'ਚ ਗੁੰਗਰਨ ਕਿਉਂ ਪੈ ਗਏ ਬਈ? ਕਿਉਂ ਨਹੀਂ ਉਸ ਗੱਲ ਤੇ ਕੋਈ ਬੋਲੇ? ਅਕਾਲ ਤਖਤ ਦੇ ਜਥੇਦਾਰ ਨੂੰ ਕਿਉਂ ਨਹੀਂ ਉਸ ਗੱਲ ਤੇ ਕੋਈ ਉਹਨੇ ਕੋਈ ਫੈਸਲਾ ਲਿਆ? ਇਹ ਸਾਰੀਆਂ ਗੱਲਾਂ ਅਰਸ਼ੀ ਇਸ਼ਾਰਾ ਕਰਦੀਆਂ ਨੇ ਕਿ ਇਹ ਕਮਜ਼ੋਰ ਲੋਕ ਨੇ, ਇਹ ਇਸ਼ਾਰੇ ਤੇ ਚੱਲਣ ਵਾਲੇ ਲੋਕ ਨੇ, ਇਹ ਸਿਰਫ ਸੰਸਥਾ ਦੇ ਉੱਤੇ ਮੁਖੌਟੇ ਬਣਾ ਕੇ ਬਿਠਾਏ ਗਏ ਲੋਕ ਨੇ। ਇਹਨਾਂ ਨੇ ਨਾ ਤਾਂ ਸਾਡੇ ਸਿੱਖ ਧਰਮ ਦਾ ਕੁਝ ਬਣਾਉਣਾ, ਨਾ ਹੀ ਇਹਨਾਂ ਦੇ ਅੱਲੇ ਪੱਲੇ ਨਾ ਕੁਝ ਹੈਗਾ। ਇਹ ਤਾਂ ਰਾਜਨੀਤਿਕ ਲੋਕਾਂ ਦੀਆਂ ਕਠਪੁਤਲੀਆਂ ਬਣੀਆਂ ਹੋਈਆਂ ਨੇ। ਹੁਣ ਦੂਜੇ ਪਾਸੇ ਜਿਹੜਾ ਜਥੇਦਾਰ ਹੈ, ਕਿਉਂਕਿ ਚੱਬੇ ਦੇ ਵਿੱਚ 2016 ਦੇ ਵਿੱਚ 2015 ਦੇ 16 ਦੇ ਵਿੱਚ ਜਦੋਂ ਹੋਇਆ, ਜਦੋਂ ਬਰਗਾੜੀ ਦੇ ਵਿੱਚ ਨੁਕਸਾਨ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ, ਆਪਾਂ ਸਾਰਾ ਜਗ ਜਾਣਦਾ, ਸਿੱਖ ਕੌਮ ਦੇ ਵਿੱਚ ਗੁੱਸਾ ਬਹੁਤ ਸੀ ਸਰਕਾਰ ਦੇ ਖਿਲਾਫ, ਖਾਸ ਤੌਰ ਤੇ ਬਾਦਲ ਪਰਿਵਾਰ ਦੇ ਖਿਲਾਫ ਬਹੁਤ ਗੁੱਸਾ ਸੀ। ਹੁਣ ਉਸ ਤੋਂ ਬਾਅਦ 'ਚ ਉਹ ਜਦੋਂ ਉੱਥੇ ਸਰਬੱਤ ਖਾਲਸਾ ਸੱਦਿਆ, ਉਹਦੇ ਵਿੱਚ ਵੀ ਭਾਵੇਂ ਕਿ ਰਾਜਨੀਤੀ ਦੀ ਬੂ ਬਹੁਤ ਆਈ। ਸਿਮਰਜੀਤ ਸਿੰਘ ਮਾਨ ਉਹਨਾਂ ਨੇ ਆਪਣੇ ਤਰੀਕੇ ਨਾਲ ਜਥੇਦਾਰ ਬਣਾਏ। ਉਹਨਾਂ 'ਚ ਇੱਕ ਬਲਜੀਤ ਸਿੰਘ ਦਾਦੂਵਾਲ ਬਣਾਇਆ ਸੀ, ਉਹ ਹੁਣ ਆਪਣਾ ਨਾਂ ਕਟਾ ਕੇ ਚਲੇ ਗਿਆ। ਇੱਕ ਅਮਰੀਕ ਸਿੰਘ ਅਜਨਾਲਾ ਬਣਾਏ ਸੀ, ਇੱਕ ਜਗਤਾਰ ਸਿੰਘ ਹਵਾਰਾ ਬਣਾਏ ਸੀ। ਜਗਤਾਰ ਸਿੰਘ ਹਵਾਰਾ ਜੇਲ੍ਹ ਛੂਣ ਕਰਕੇ ਉਹਨਾਂ ਦੀ ਜਗ੍ਹਾ ਤੇ ਧਿਆਨ ਸਿੰਘ ਮੰਡ ਨੂੰ ਅਕਾਲ ਤਖਤ ਦੇ ਜਥੇਦਾਰ ਕਾਰਜਕਾਰੀ ਲਾਇਆ ਗਿਆ, ਜਿਵੇਂ ਹਰਪ੍ਰੀਤ ਸਿੰਘ ਕਾਰਜਕਾਰੀ ਨੇ। ਸੋ ਹੁਣ ਪੈਰਲਲ ਜਥੇਦਾਰ ਧਿਆਨ ਸਿੰਘ ਮੰਡ ਨੇ ਪਿਛਲੇ ਦਿਨਾਂ 'ਚ ਜਦੋਂ ਇਹ ਗੱਲ ਹੋਈ, ਸਿੱਖ ਪੰਥ 'ਚ ਔਰ ਸਿੱਖ ਸਭਾ 'ਚ ਇਹ ਗੱਲ ਉੱਠੀ ਕਿ ਕੀ ਅਕਾਲ ਤਖਤ ਦਾ ਜਥੇਦਾਰ ਜਾਂ SCPC ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਜਾਂ ਧਾਰਮਿਕ ਸੰਸਥਾ ਕੀ ਉਸ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਕਾਰਵਾਈ ਕਰਨਗੇ? ਕੋਈ ਕਾਰਵਾਈ ਨਹੀਂ ਹੋਈ, ਕੋਈ ਬਿਆਨ ਨਹੀਂ ਆਇਆ, ਸਾਰੇ ਦਿਨ ਸੱਪ ਸੁੰਘ ਗਿਆ। ਉਸ ਤੋਂ ਬਾਅਦ ਚੋਂ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ 14 ਜਾਂ 15 ਦਿਨਾਂ ਦੇ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਸਪਸ਼ਟੀਕਰਨ ਦੇਵੇ, ਦੇਸ਼ ਦਾ ਪ੍ਰਧਾਨ ਮੰਤਰੀ ਮਾਫੀ ਮੰਗੇ, ਜੇਕਰ ਮਾਫੀ ਨਹੀਂ ਮੰਗਦਾ ਤਾਂ ਉਸ ਦੇ ਖਿਲਾਫ ਫਿਰ ਅਸੀਂ ਬਣਦੀ ਕਾਰਵਾਈ ਕਰਾਂਗੇ। ਹੁਣ 15 ਦਿਨ ਲੰਘ ਗਏ। 15 ਦਿਨਾਂ ਤੋਂ ਬਾਅਦ ਹੁਣ ਧਿਆਨ ਸਿੰਘ ਮੰਡ ਨੇ ਇਹ ਗੱਲ ਕਹੀ ਹੈ, ਸਾਰੀ ਸਿੱਖ ਕੌਮ ਨੂੰ ਕਹੀ ਹੈ,
ਸਿੱਖ ਜਥੇਬੰਦੀਆਂ ਨੂੰ ਕਹੀ ਹੈ, ਸਾਰੀਆਂ ਧਾਰਮਿਕ ਪੰਚਾਂ ਸਰਪੰਚਾਂ ਨੂੰ ਕਹੀ ਹੈ ਕਿ ਜੇਕਰ ਤੁਸੀਂ ਸਿੱਖ ਧਰਮ 'ਚ ਵਿਸ਼ਵਾਸ ਰੱਖਦੇ ਹੋ, ਜੇਕਰ ਤੁਹਾਨੂੰ ਲੱਗਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਡੇ ਖਿਲਾਫ ਇਹ ਗੱਲ ਕਹੀ ਹੈ, ਜੇਕਰ ਤੁਹਾਨੂੰ ਲੱਗਦਾ ਕਿ ਸਾਡੇ ਧਰਮ ਨੂੰ ਇਹ ਨੁਕਸਾਨ ਪਹੁੰਚਾ ਰਹੇ ਨੇ, ਇਹਨਾਂ ਦੇ ਖਿਲਾਫ ਮੁਕੱਦਮੇ ਦਰਜ ਕਰਾਓ, ਬਿਲਕੁਲ ਇਹਨਾਂ ਦੇ FIR ਦਰਜ ਕਰਾਓ। ਹੁਣ ਉਹਨੂੰ ਦੇਖ ਕੇ ਦੇਖਦੇ ਆ ਕਿ ਕਿੰਨੇ ਕੁ ਲੋਕ ਜਾ ਕੇ ਉੱਥੇ ਇਹ ਇਸ ਤਰ੍ਹਾਂ ਦਾ ਆਪਣਾ ਕਰਦੇ ਆ। ਪਰ ਫਿਰ ਵੀ ਘੱਟੋ ਘੱਟ ਉਹ ਜਥੇਦਾਰ ਨੇ ਆਪਣੀ ਹਾਜ਼ਰੀ ਲਵਾਉਣ ਦੀ ਤਾਂ ਕੋਸ਼ਿਸ਼ ਕੀਤੀ ਹੈ, ਭਾਵੇਂ ਉਹਦਾ ਮੁੱਲ ਪਵੇ ਨਾ ਪਵੇ। ਪਰ ਦੂਸਰੇ ਜਥੇਦਾਰ ਤਾਂ ਜਮੇ ਹੀ ਹੁਣ ਤਾਂ ਮਤਲਬ ਵੀ ਜਿਵੇਂ ਭਿੱਗੀ ਬਿੱਲੀ ਇੱਕ ਲਫ਼ਜ਼ ਨਹੀਂ ਹੁੰਦਾ, ਉਸ ਤਰੀਕੇ ਨਾਲ ਉਹ ਤਾਂ ਚੁੱਪ ਕਰਕੇ ਬੈਠ ਗਏ ਆ। ਔਰ ਉਹਨਾਂ ਦੇ ਜਿਹੜੇ ਆਕਾ ਨੇ, ਉਹਨਾਂ ਦੀਆਂ ਮਜਬੂਰੀਆਂ ਨੇ, ਉਹਨਾਂ ਦੇ ਪੰਗੇ ਬਹੁਤ ਲਏ ਹੋਏ ਨੇ, ਇਸ ਕਰਕੇ ਉਹ ਉਹਨਾਂ ਨੂੰ ਬੋਲਣ ਨਹੀਂ ਦਿੰਦੇ। ਸੋ ਕੁੱਲ ਮਿਲਾ ਕੇ ਜਿਹੜੀ ਸਾਰੀ ਗੱਲ ਹੋ ਰਹੀ ਹੈ, ਧਿਆਨ ਸਿੰਘ ਮੰਡ ਨੇ ਕਿਹਾ ਤਾਂ ਹੈ, ਪਰ ਇਹਦਾ ਨਤੀਜਾ ਕੋਈ ਬਹੁਤਾ ਆਪਾਂ ਨੂੰ ਨਿਕਲਦਾ ਨਜ਼ਰ ਨਹੀਂ ਆਉਂਦਾ, ਕਿਉਂਕਿ ਸਰਕਾਰ ਤੇ ਅਖਬਾਰ ਤਾਂ ਸਾਰੇ ਉਹਨਾਂ ਦੇ ਨੇ, ਸੋ ਉਹਨਾਂ ਨੇ ਉਹ ਕਰਨਾ। ਪਰ ਫਿਰ ਵੀ ਧਿਆਨ ਸਿੰਘ ਮੰਡ ਨੇ ਇਹ ਫੈਸਲਾ ਲੈ ਕੇ ਕਿਤੇ ਨਾ ਕਿਤੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਨਹੀਂ, ਅਸੀਂ ਅਜੇ ਖੜੇ ਹਾਂ। ਐਟਲੀਸਟ ਆਵਾਜ਼ ਤਾਂ ਚੁੱਕਣ ਦੀ ਕੋਸ਼ਿਸ਼ ਕੀਤੀ ਹੈ, ਚਾਹੇ ਆਵਾਜ਼ ਦੱਬੀ ਹੀ ਜਾਵੇ। ਪਰ ਇਹ ਹੈ ਕਿ ਜੇ ਅਸੀਂ ਆਵਾਜ਼ ਚੁੱਕਾਂਗੇ, ਸ਼ਾਇਦ ਕਿਸੇ ਕੰਨੀ ਵੀ ਪੈ ਜਾਵੇ, ਕਿਸੇ ਨੂੰ ਪਤਾ ਵੀ ਲੱਗੇ ਕਿ ਧਰਮ ਦੀ ਕੀ ਮਰਿਆਦਾ ਹੁੰਦੀ ਹੈ, ਧਰਮ ਨੂੰ ਕਿਸ ਤਰ੍ਹਾਂ ਦੇ ਨਾਲ ਦੇਖਣਾ ਚਾਹੀਦਾ ਹੈਗਾ। ਕਿਉਂਕਿ ਜਿਸ ਤਰ੍ਹਾਂ ਨਾਲ ਖਬਰਾਂ ਸਾਹਮਣੇ ਆਉਂਦੀਆਂ ਨੇ, ਜਿਸ ਤਰ੍ਹਾਂ ਦੇ ਨਾਲ ਅਸੀਂ ਹਰ ਦਿਨ ਨਵੀਂ ਚੀਜ਼ ਦੇਖਦੇ ਹਾਂ ਧਰਮ ਦੇ ਨਾਂ ਦੇ ਉੱਤੇ, ਤੇ ਲੱਗਦਾ ਹੁੰਦਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਹੀ ਨਹੀਂ ਹੋਣਾ ਕਿ ਧਰਮ ਹੁੰਦਾ ਕੀ ਹੈ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਵਿਚਾਰਨ ਵਾਲੀਆਂ ਨੇ, ਤੇ ਤੁਸੀਂ ਹਮੇਸ਼ਾ ਟਾਈਮ ਕੱਢਦੇ ਹੋ, ਸਾਡੇ ਨਾਲ ਗੱਲਾਂ ਬਾਤਾਂ ਕਰਦੇ ਹੋ, ਸਿੱਧੇ ਤੌਰ ਦੇ ਉੱਤੇ ਸਰਕਾਰਾਂ ਨੂੰ ਵੀ ਲਪੇਟ ਵਿੱਚ ਲੈ ਲੈਂਦੇ ਹੋ ਆਪਦੀਆਂ ਗੱਲਾਂ ਦੇ, ਤੇ ਨਾਲ ਸਿੱਧੇ ਤੌਰ ਦੇ ਉੱਤੇ ਸਾਡੀ ਆਡੀਅנס, ਸਾਡੇ ਵਿਊਅਰਸ ਨੂੰ ਵੀ ਪਤਾ ਲੱਗਦਾ ਹੈ ਕਿ ਕੀ ਕੁਝ ਹੋ ਰਿਹਾ ਅਸਲ ਦੇ ਵਿੱਚ, ਸਰਕਾਰਾਂ ਕੀ ਕੁਝ ਕਰ ਰਹੀਆਂ ਨੇ। ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ। ਬਿਲਕੁਲ, ਸਟ੍ਰੇਟ ਟਾਕ ਸਿੱਧੀ ਗੱਲ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਮੁੱਦਿਆਂ ਦੇ ਬਾਰੇ ਗੱਲਬਾਤ ਹੋਈ, ਤੇ ਅਗਲੇ ਐਪੀਸੋਡ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਕੀ ਕੁਝ ਹੋ ਰਿਹਾ ਪੰਜਾਬ ਦੀ ਸਿਆਸਤ ਦੇ ਵਿੱਚ ਤੇ ਦੁਨੀਆ ਭਰ ਦੇ ਵਿੱਚ ਕੀ ਕੁਝ ਹੋ ਰਿਹਾ, ਤੁਹਾਡੇ ਤੱਕ ਇਹ ਸਾਰੀਆਂ ਖਬਰਾਂ ਨੇ ਉਹ ਪਹੁੰਚਾਉਂਦੇ ਰਵਾਂਗੇ। ਤੁਸੀਂ ਇਸ ਤਰ੍ਹਾਂ ਹੀ ਦੇਖਦੇ ਰਹੋ ਸਾਂਝਾ ਟੀਵੀ, ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।